Hello students, today our topic is hydro power stations. इस टॉपिक ਦੇ ਵਿੱਚ ਆਪਾਂ ਪੜਾਂਗੇ block diagram of hydro power stations, how it works, advantage and disadvantage etc. ਜਿਹੜਾ ਹੈ ਅੱਜ ਦਾ ਆਪਣਾ ਟੌਪਿਕ ਹੈਗਾ ਆ ਹਾਈਡਰੋ ਪਾਵਰ ਸਟੇਸ਼ਨ ਦੇ ਵਿੱਚ। ਹਾਈਡਰੋਇਲੈਕਟ੍ਰਿਕ ਪਾਵਰ ਸਟੇਸ਼ਨ ਇਹਦੇ ਬਾਰੇ ਕੀ ਹੈ, ਦੇਖੋ ਪਹਿਲਾ ਪੁਆਇੰਟ ਹੈ ਕਹਿੰਦਾ a generating station which utilize the potential energy of water at a high level for the generation of electric energy is known as hydroelectric power stations। ਮਤਲਬ ਜਿੱਦਾਂ ਕੀ ਹੁੰਦੇ ਆ ਪਾਵਰ ਸਟੇਸ਼ਨਸ, ਕਹਿੰਦਾ ਕਿ ਆਪਾਂ ਜਦੋਂ ਹਾਈਟ ਦੇ ਉੱਤੇ ਪਾਣੀ ਨੂੰ ਬਲੌਕ ਕਰਦੇ ਹਾਂ, ਸਟੋਰ ਕਰਕੇ ਰੱਖਦੇ ਹਾਂ ਤਾਂ ਉਹਦੇ 'ਚ ਪੋਟੈਂਸ਼ੀਅਲ ਐਨਰਜੀ ਜਨਰੇਟ ਹੋ ਜਾਂਦੀ ਆ। ਉਹ ਜਿਹੜੀ ਪੋਟੈਂਸ਼ੀਅਲ ਐਨਰਜੀ ਆ ਉਹ ਇਸ ਦੇ ਵਿੱਚ ਆਪਾਂ ਇਸ ਪਾਵਰ ਸਟੇਸ਼ਨ ਉਸ ਪੋਟੈਂਸ਼ੀਅਲ ਐਨਰਜੀ ਨੂੰ ਇਲੈਕਟ੍ਰੀਕਲ ਐਨਰਜੀ ਦੇ ਵਿੱਚ ਕਨਵਰਟ ਕਰਦੇ ਹਾਂ। ਉਸ ਪਾਵਰ ਸਟੇਸ਼ਨ ਨੂੰ ਆਪਾਂ ਹਾਈਡਰੋਇਲੈਕਟ੍ਰਿਕ ਪਾਵਰ ਸਟੇਸ਼ਨਸ ਕਹਿੰਦੇ ਹੈਗੇ ਆ। ਕਹਿੰਦਾ ਹਾਈਡਰੋ ਪਾਵਰ ਸਟੇਸ਼ਨਸ ਆਰ ਜਨਰਲੀ ਲੋਕੇਟਡ ਇਨ ਹਿਲੀ ਏਰੀਆਜ਼ ਵੇਅਰ ਡੈਮਸ ਕੈਨ ਬੀ ਬਿਲਟ ਕਨਵੀਨੀਐਂਟਲੀ ਐਂਡ ਲਾਰਜ ਵਾਟਰ ਰਿਜ਼ਰਵਾਇਰਸ ਕੈਨ ਬੀ ਓਬਟੇਨਡ। ਮਤਲਬ ਕਹਿੰਦਾ ਆਪਾਂ ਇਹਨੂੰ ਹਿਲੀ ਏਰੀਆ ਦੇ ਵਿੱਚ ਬਣਾਉਂਦੇ ਹਾਂ ਜਿੱਥੇ ਕਿ ਰਿਵਰਸ ਵਗੈਰਾ ਨਿਕਲਦੀਆਂ ਹੈਗੀਆਂ ਉੱਪਰੋਂ, ਜਿੱਥੋਂ ਨੈਰੋ ਹੈਡਸ ਹੁੰਦੇ ਆ ਜਿਹੜੇ ਹਿਲੀ ਏਰੀਆ ਦੇ, ਜਿੱਥੇ ਕਿ ਤਾਂ ਕਿ ਡੈਮ ਬਣਾਉਣਾ ਜਿਹੜਾ ਉਹ ਸੌਖਾ ਰਹੇ ਅਤੇ ਉਹ ਪਾਣੀ ਜਿਹੜਾ ਸਟੋਰ ਕੀਤਾ ਜਾ ਸਕੇ ਪਿਛਲੇ ਪਾਸੇ। ਆਪਾਂ ਇਸ ਕਰਕੇ ਹਿਲੀ ਏਰੀਆ ਨੂੰ ਚੂਜ਼ ਕਰਦੇ ਹੈਗੇ ਹਾਂ। ਕਹਿੰਦਾ in hydro power stations water head is created by constructing a dam across a river or lake। ਮਤਲਬ ਕਹਿੰਦਾ ਆਪਾਂ ਇੱਕ ਡੈਮ ਬਣਾਉਂਦੇ ਹਾਂ ਪਾਣੀ ਨੂੰ ਸਟੋਰ ਕਰਨ ਲਈ, ਪਾਣੀ ਦਾ ਵਾਟਰ ਹੈਡ ਬਣਾਉਣ ਲਈ ਆਪਾਂ ਇੱਕ ਡੈਮ ਬਣਾਇਆ ਜਾਂਦਾ ਕਿਹਦੇ ਤੇ, ਜਾਂ ਕਿਸੇ ਦਰਿਆ ਰਿਵਰ ਵਗੈਰਾ ਤੇ, ਜਾਂ ਕੋਈ ਲੇਕ ਵਗੈਰਾ ਉਹਦੇ ਪਾਣੀ ਨੂੰ ਵੀ ਆਪਾਂ ਯੂਟਿਲਾਈਜ਼ ਕਰ ਸਕਦੇ ਹਾਂ ਅਗਰ ਥੱਲੇ ਆਪਾਂ ਡਾਊਨਫਾਲ ਦੇ ਵਿੱਚ ਉਹਨੂੰ ਲੈ ਕੇ ਆ ਸਕੀਏ ਤਾਂ। ਇਸ ਤਰ੍ਹਾਂ ਇਹ ਹੈ ਆਪਾਂ ਜਿਹੜੇ ਚੂਜ਼ ਕਰਦੇ ਹਾਂ ਪੁਆਇੰਟ। ਅਗਲਾ ਪੁਆਇੰਟ ਹੈ ਦੇਖੋ, ਕਹਿੰਦਾ ਫਰੋਮ ਦਾ ਡੈਮ ਵਾਟ ਇਜ਼ ਲੀਡ ਟੂ ਏ ਵਾਟਰ ਟਰਬਾਈਨ। ਵਾਟਰ ਟਰਬਾਈਨ ਤੱਕ ਆਪਾਂ ਕਹਿੰਦਾ ਪਾਣੀ ਨੂੰ ਲੈ ਕੇ ਆਉਂਦੇ ਹਾਂ। ਦਾ ਵਾਟਰ ਟਰਬਾਈਨ ਕੈਪਚਰ ਦਾ ਐਨਰਜੀ ਇਨ ਦਾ ਫਾਲਿੰਗ ਵਾਟਰ ਐਂਡ ਚੇਂਜਿਸ ਦਾ ਹਾਈਡ੍ਰੋਲਿਕ ਐਨਰਜੀ ਦੈਟ ਇਜ਼ ਪ੍ਰੋਡਕਟ ਆਫ ਹੈਡ, ਪਾਣੀ ਦਾ ਜੋ ਹੈਡ ਹੈ, ਐਂਡ ਫਲੋ ਆਫ ਵਾਟਰ, ਅਤੇ ਪਾਣੀ ਦਾ ਜਿਹੜਾ ਫਲੋ ਹੈ, ਉਹਨਾਂ ਦੋਨਾਂ ਦੀ ਪ੍ਰੋਡਕਟਸ ਨੂੰ ਆਪਾਂ ਜਿਹੜੇ ਉਹ ਹਾਈਡ੍ਰੋਲਿਕ ਐਨਰਜੀ ਆ ਉਹਨੂੰ ਮਕੈਨੀਕਲ ਐਨਰਜੀ ਕਨਵਰਟ ਕਰਦੇ ਹਾਂ ਕਿੱਥੇ, ਐਟ ਦਾ ਟਰਬਾਈਨ ਸ਼ਾਫਟ। ਟਰਬਾਈਨ ਸ਼ਾਫਟ ਦੇ ਉੱਤੇ ਜਦੋਂ ਸਾਡਾ ਜਿਹੜਾ ਪੋਟੈਂਸ਼ੀਅਲ ਐਨਰਜੀ ਆ ਟਰਬਾਈਨ ਸ਼ਾਫਟ ਤੱਕ ਪਹੁੰਚਦੀ ਆ ਤਾਂ ਉਹ ਜਿਹੜੀ ਆ ਟਰਬਾਈਨ ਤੱਕ ਪਹੁੰਚਦੀ ਆ ਤਾਂ ਉਹ ਟਰਬਾਈਨ ਸ਼ਾਫਟ ਜਿਹੜੀ ਰੋਟੇਟ ਕਰਦੀ ਆ, ਦੈਟ ਇਜ਼ ਮਕੈਨੀਕਲ ਐਨਰਜੀ। ਇਸ ਕਰਕੇ ਆਪਾਂ ਕਰਦੇ ਹਾਂ ਹਾਈਡਰੋ ਜਿਹੜੀ ਐਨਰਜੀ ਹੈ ਦੈਟ ਇਜ਼ ਪੋਟੈਂਸ਼ੀਅਲ ਐਨਰਜੀ, ਉਹਨੂੰ ਕਾਈਨੈਟਿਕ ਐਨਰਜੀ ਐਂਡ ਦੈਨ ਮਕੈਨੀਕਲ ਐਨਰਜੀ ਦੇ ਵਿੱਚ ਕਨਵਰਟ ਕਰਦੇ ਹੈਗੇ। 6ਵਾਂ ਪੁਆਇੰਟ ਹੈ ਕਹਿੰਦਾ ਦ ਟਰਬਾਈਨ ਡਰਾਈਵਸ ਦਾ ਆਲਟਰਨੇਟਰ ਵਿਚ ਕਨਵਰਟਸ ਮਕੈਨੀਕਲ ਐਨਰਜੀ ਇਨਟੂ ਇਲੈਕਟ੍ਰਿਕ ਐਨਰਜੀ। ਹੁਣ ਸਿੰਪਲੀ ਜਿਹੜੀ ਟਰਬਾਈਨ ਮੂਵ ਕਰਦੀ ਆ ਉਹਦੇ ਨਾਲ ਆਪਾਂ ਆਲਟਰਨੇਟਰ ਜਿਹੜਾ ਅਟੈਚ ਕੀਤਾ ਉਹਦੀ ਸ਼ਾਫਟ ਨਾਲ, ਤਾਂ ਉਹ ਮੂਵ ਕਰਦਾ ਤਾਂ ਨੈਚੁਰਲ ਜਿਹੜੀ ਉਹ ਇਲੈਕਟ੍ਰੀਕਲ ਐਨਰਜੀ ਜਿਹੜੀ ਆ ਉਹ ਕਨਵਰਟ ਹੋ ਜਾਂਦੀ ਹੈ ਮਕੈਨੀਕਲ ਐਨਰਜੀ ਤੋਂ। ਕਹਿੰਦਾ ਹਾਈਡਰੋ 7ਵਾਂ ਪੁਆਇੰਟ ਆ ਹਾਈਡਰੋ ਪਾਵਰ ਸਟੇਸ਼ਨਸ ਆਰ ਬਿਕਮਿੰਗ ਵੈਰੀ ਪਪੂਲਰ ਬਿਕੋਜ਼ ਰਿਜ਼ਰਵ ਆਫ ਫਿਊਲਸ। ਕਿਉਂਕਿ ਕੋਲ ਅਤੇ ਆਇਲ ਵਗੈਰਾ ਇਹ ਨੈਚੁਰਲ ਸੋਰਸਿਸ ਨੇ ਲੇਕਿਨ ਬਹੁਤ ਥੋੜ੍ਹੇ, ਇਸ ਕਰਕੇ ਆਪਾਂ ਜਿਹੜੇ ਆ ਨੈਚੁਰਲ ਸੋਰਸ ਦੂਸਰਾ ਕੀ ਆ ਵਾਟਰ, ਉਹਨੂੰ ਹਾਈਡਰੋ ਇਲੈਕਟ੍ਰਿਕ ਪਾਵਰ ਸਟੇਸ਼ਨ ਦੇ ਵਿੱਚ ਆਪਾਂ ਐਜ਼ ਏ ਮਤਲਬ ਫਿਊਲ ਕਹਿ ਸਕਦੇ ਹੋ ਤੁਸੀਂ, ਬਟ ਇਹ ਫਿਊਲ ਨੈਚੁਰਲ ਫਿਊਲ ਨਹੀਂ, ਆਪਾਂ ਇਹਨੂੰ ਮਤਲਬ ਜਿੱਦਾਂ ਫਿਊਲ ਵਾਂਗੂ ਬਰਨ ਨਹੀਂ ਕਰਦੇ ਬਟ ਇਹਨੂੰ ਸਟੋਰ ਕਰਕੇ ਅਤੇ ਪੋਟੈਂਸ਼ੀਅਲ ਐਨਰਜੀ ਨੂੰ ਯੂਜ਼ ਕਰਦੇ ਹਾਂ। ਅਤੇ ਇਸ ਕਰਕੇ ਇਹ ਕਹਿੰਦਾ ਜ਼ਿਆਦਾ ਪਪੂਲਰ ਹੋ ਰਹੀ ਆ ਕਿਉਂਕਿ ਦੂਜਾ ਸਾਨੂੰ ਕੋਲ ਅਤੇ ਆਇਲ ਜਿਹੜਾ ਲਿਮਟਡ ਫਾਰਮਸ ਦੇ ਵਿੱਚ ਸਾਡੇ ਕੋਲ ਹੈਗਾ ਆ। 8ਵਾਂ ਪੁਆਇੰਟ ਆ ਕਹਿੰਦਾ ਦੇ ਹੈਵ ਦਾ ਐਡਡ ਇੰਪੋਰਟੈਂਸ ਫॉर ਫਲੱਡ ਕੰਟਰੋਲ, ਸਟੋਰੇਜ ਆਫ ਵਾਟਰ ਫॉर ਇਰੀਗੇਸ਼ਨਸ ਐਂਡ ਵਾਟਰ ਫॉर ਡਰਿੰਕਿੰਗ ਪਰਪਜ਼। ਜਦੋਂ ਆਪਾਂ ਡੈਮ ਬਣਾਉਂਦੇ ਹਾਂ ਤਾਂ ਨੈਚੁਰਲ ਆ ਸਾਡਾ, ਜਦੋਂ ਪਿੱਛੇ ਰਿਵਰ ਦੇ ਉੱਤੇ ਡੈਮ ਬਣਾਤਾ ਤਾਂ ਉਹ ਪਾਣੀ ਜਿਹੜਾ ਸਾਡੇ ਕੰਟਰੋਲ 'ਚ ਆ ਗਿਆ। ਹੁਣ ਅਸੀਂ ਉਹ ਪਾਣੀ ਨੂੰ ਚਾਹੀਏ ਤਾਂ ਆਪਾਂ ਉਹਨੂੰ ਸਟੋਰ ਕਰਕੇ ਇਰੀਗੇਸ਼ਨ 'ਚ ਲਈ ਯੂਜ਼ ਕਰ ਸਕਦੇ ਹਾਂ, ਉਹਨੂੰ ਡਰਿੰਕਿੰਗ ਵਾਟਰਸ ਲਈ ਯੂਜ਼ ਕਰ ਸਕਦੇ ਹਾਂ, ਪਲੱਸ ਉਦੋਂ ਆਪਾਂ ਇਲੈਕਟ੍ਰੀਕਲ ਐਨਰਜੀ ਜਿਹੜੀ ਆ ਉਹ ਜਨਰੇਟ ਕਰਾਉਂਦੇ ਹਾਂ। ਇਸ ਤਰ੍ਹਾਂ ਇਹ ਜਿਹੜਾ ਆ ਸਾਡਾ ਹਾਈਡਰੋ ਇਲੈਕਟ੍ਰਿਕ ਪਾਵਰ ਸਟੇਸ਼ਨ ਜਿਹੜੇ ਆ ਵਰਕ ਵੀ ਕਰਦੇ ਆ ਅਤੇ ਨਾਲ ਨਾਲ ਆਪਾਂ ਉਹਨਾਂ ਨੂੰ ਦੂਜੇ ਪਰਪਜ਼ ਲਈ ਵੀ ਯੂਜ਼ ਕਰਦੇ ਹੈਗੇ ਆ। ਨੈਕਸਟ ਦੇਖੋ ਸਕਰੀਨ ਦੇ ਉੱਤੇ ਹੈ ਸਕੀਮੈਟਿਕ ਅਰੇਂਜਮੈਂਟ ਆਫ ਹਾਈਡਰੋ ਇਲੈਕਟ੍ਰਿਕ ਪਾਵਰ ਸਟੇਸ਼ਨ। ਕੋਈ ਹਾਈਡਰੋ ਇਲੈਕਟ੍ਰਿਕ ਪਾਵਰ ਸਟੇਸ਼ਨ ਦੀ ਇੱਕ ਬਲੌਕ ਡਾਇਗਰਾਮ ਬਣਾਈ ਆਪਾਂ। ਇਹਦੇ ਵਿੱਚ ਦੇਖੋ ਜਿਹੜੇ ਬਲੌਕਸ ਬਣੇ ਹੋਏ ਆ, ਆਪਾਂ ਰਾਈਟ ਸਾਈਡ ਤੋਂ ਲੈਫਟ ਸਾਈਡ ਤੋਂ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਉਂਦਾ ਹੈ ਰਿਜ਼ਰਵਾਇਰ, ਉਸ ਤੋਂ ਬਾਅਦ ਆਉਂਦਾ ਹੈ ਸੈਕਿੰਡ 'ਤੇ ਡੈਮ ਤੋਂ ਬਾਅਦ ਆਉਂਦਾ ਹੈ ਪ੍ਰੈਸ਼ਰ ਚੈਨਲ ਜਿਹੜਾ ਕਿ ਜਿਹਦੇ ਥਰੂ ਆਪਾਂ ਇਹ ਪਾਣੀ ਜਿਹੜਾ ਲੈ ਕੇ ਆਉਣਾ ਹੈਗਾ। ਉਸ ਤੋਂ ਬਾਅਦ ਆਪਾਂ ਇੱਕ ਸਰਜ ਟੈਂਕ ਬਣਾਉਂਦੇ ਹਾਂ ਜਿੱਥੇ ਜਿਹੜੀ ਪਿਨ ਸਟਾਕ ਉਹ ਸਟਾਰਟ ਹੁੰਦੀ ਹੈ। ਉਸ ਤੋਂ ਬਾਅਦ ਵਾਲ ਹਾਊਸ ਆ ਗਿਆ, ਵਾਲ ਹਾਊਸ ਦੇ ਨਾਲ ਹੀ ਥੱਲੇ ਨੂੰ ਦੇਖੋ ਡਾਊਨ ਸਟਰੀਮ ਜਾ ਰਹੀ ਆ, ਦੈਟ ਇਜ਼ ਦਾ ਪਿਨ ਸਟਾਕ ਤੋਂ ਬਾਅਦ ਥੱਲੇ ਦੇਖੋ ਇੱਕ ਪਾਵਰ ਹਾਊਸ ਬਣਿਆ। ਪਾਵਰ ਹਾਊਸ ਦੇ ਵਿੱਚ ਕੀ ਆ, ਟਰਬਾਈਨ ਹੈ ਅਤੇ ਆਲਟਰਨੇਟਰ ਹੈ। ਟਰਬਾਈਨ ਦੇ ਥਰਡੇ ਪਾਸੇ ਇੱਥੇ ਸ਼ੋਅ ਨਹੀਂ ਕੀਤਾ, ਡਰਾਫਟ ਟਿਊਬ ਹੁੰਦੀ ਹੈ ਅਤੇ ਡਰਾਫਟ ਟਿਊਬ ਦਾ ਟੇਰੇਸ ਮੀਨਸ ਰਿਵਰ
ਜਾਂ ਸੇਮ ਰਿਵਰ ਜਿੱਥੇ ਆਪਾਂ ਡੈਮ ਬਣਾਇਆ ਜਾਂ ਦੂਸਰੀ ਰਿਵਰ ਦੇ ਵਿੱਚ ਵੀ ਦੂਸਰੀ ਸਟਰੀਮ ਦੇ ਵਿੱਚ ਵੀ ਇਹ ਪਾਣੀ ਜਿਹੜਾ ਆਪਾਂ ਸਿੱਟ ਸਕਦੇ ਹਾਂ। ਇਸ ਤਰ੍ਹਾਂ ਇਹ ਬਲੌਕ ਡਾਇਗਰਾਮ ਹੈ। ਕੱਲੇ ਬਲੌਕ ਦੀ ਆਪਾਂ ਹੁਣ ਡਿਟੇਲ ਵੀ ਅੱਗੇ ਪੜਾਂਗੇ। ਫਿਲਹਾਲ ਤੁਸੀਂ ਬਲੌਕ ਡਾਇਗਰਾਮ ਨੂੰ ਚੰਗੀ ਤਰ੍ਹਾਂ ਸਮਝੋ। ਰੈਜ਼ਰਵਾਇਰ, ਡੈਮ, ਪ੍ਰੈਸ਼ਰ ਚੈਨਲ, ਸਰਜ ਟੈਂਕ, ਵਾਲ ਹਾਊਸ, ਪੈਨਸਟਾਕ, ਪਾਵਰ ਹਾਊਸ ਦੇ ਵਿੱਚ ਜਿੱਦਾਂ ਇਹਦੇ ਵਿੱਚ ਹੈ ਟਰਬਾਈਨ, ਵਾਟਰ ਟਰਬਾਈਨ, ਤੇ ਵਾਟਰ ਟਰਬਾਈਨ ਦੀ ਸ਼ਾਫਟ ਦੇ ਨਾਲ ਅਟੈਚ ਕੀਤਾ ਹੈ ਉੱਪਰ ਆਲਟਰਨੇਟਿਵ ਇੱਥੇ ਸ਼ੋ ਨਹੀਂ ਕਰ ਰਿਹਾ, ਤੇ ਪਲੱਸ ਰਿਵਰ, ਤੇ ਇਹ ਸਭ ਪਾਵਰ ਹਾਊਸ ਦੇ ਬਿਲਕੁਲ ਥੱਲੜੇ ਪਾਸੇ ਉਹ ਵੀ ਇੱਥੇ ਦਿਖਾਈ ਨਹੀਂ ਦੇ ਰਿਹਾ, ਉਹ ਹੈ ਡਰਾਫਟ ਟਿਊਬ, ਤੇ ਡਰਾਫਟ ਟਿਊਬ ਦਾ ਟੇਲ ਰੇਸ ਬਾਅਦ ਰਿਵਰ ਜਿੱਥੇ ਕਿ ਆਪਾਂ ਜਿਸ ਸਟਰੀਮ ਦੇ ਵਿੱਚ ਪਾਣੀ ਆਪਾਂ ਸੁੱਟਣਾ ਹੈਗਾ ਜਾ ਕੇ। ਵਰਕਿੰਗ The dam is constructed across a river or lake and water from the catchment area collects at the back of the dam to form a reservoir। ਕਹਿੰਦਾ ਕਿ ਆਪਾਂ ਇੱਕ ਡੈਮ ਕੰਸਟਰਕਟ ਕਰਦੇ ਹੈਗੇ ਆ ਰਿਵਰ ਦੇ ਉੱਤੇ ਜਾਂ ਕੋਈ ਲੇਕ ਤੇ, ਜਿਸ ਤਰ੍ਹਾਂ ਪਹਿਲਾਂ ਦੱਸਿਆ, ਤੇ ਵਾਟਰ ਜਿਹੜਾ ਆ ਉਹ ਕੈਚਮੈਂਟਸ ਏਰੀਆ ਦੇ ਵਿੱਚੋਂ ਤਾਂ ਆਪਾਂ ਉੱਥੇ ਕਲੈਕਟ ਕਰ ਲੈਂਦੇ ਆ, ਤੇ ਐਟ ਦਾ ਬੈਕ ਆਫ ਦਾ ਡੈਮ ਕੀ ਟੂ ਫਾਰਮ ਏ ਰੈਜ਼ਰਵਾਇਰ ਹੁੰਦਾ ਜਿੱਥੇ ਆਪਾਂ ਪਾਣੀ ਨੂੰ ਸਟੋਰ ਕਰਦੇ ਹਾਂ, ਜਸਟ ਲਾਈਕ ਅ ਟੈਂਕ। ਜਿਸ ਤਰ੍ਹਾਂ ਟੈਂਕ ਹੁੰਦਾ ਟੈਂਕੀ, ਘਰਾਂ ਦੇ ਵਿੱਚ ਟੈਂਕੀਆਂ ਆਪਾਂ ਪਾਣੀ ਸਟੋਰ ਕਰ ਲੈਂਦੇ ਹਾਂ, ਉੱਦਾਂ ਹੀ ਇਹ ਇੱਕ ਆਪਣੇ ਪਾਵਰ ਸਟੋਰ ਲਈ ਪਾਵਰ ਸਟੇਸ਼ਨ ਲਈ ਇਹ ਵਾਟਰ ਟੈਂਕ ਹੈ ਰੈਜ਼ਰਵਾਇਰ ਜਿਹੜਾ ਹੈ। ਤੇ ਕੈਚਮੈਂਟ ਏਰੀਆ ਹੁੰਦਾ ਜਿੱਥੋਂ ਵੀ ਉਸ ਸਟਰੀਮ ਦੇ ਵਿੱਚ ਉਸ ਰਿਵਰ ਦੇ ਵਿੱਚ ਪਾਣੀ ਆਉਂਦਾ, ਦੈਟ ਇਜ਼ ਅ ਕੈਚਮੈਂਟ ਏਰੀਆ। ਮਤਲਬ ਜਿੱਥੋਂ ਪਾਣੀ ਕਲੈਕਟ ਹੋ ਕੇ ਪਹਾੜਾਂ ਦੇ ਵਿੱਚੋਂ, ਨਦੀਆਂ, ਨਾਲੇ ਜੋ ਵੀ ਉੱਪਰਲੇ ਪਾਸੇ ਚੱਲਦੇ, ਡੈਮ ਦੇ ਪਿਛਲੇ ਪਾਸੇ ਜਿੱਥੇ ਵੀ ਜੋ ਵੀ ਪਾਣੀ ਉਸ ਪਰਟੀਕੂਲਰ ਰਿਵਰ ਦੇ ਵਿੱਚ ਆਉਂਦਾ, ਦੈਟ ਇਜ਼ ਦਾ ਕੈਚਮੈਂਟ ਏਰੀਆ ਆਫ ਦੈਟ ਡੈਮ। ਮਤਲਬ ਉੱਥੋਂ ਪਾਣੀ ਆਣ ਕੇ ਆਪਾਂ ਪਾਣੀ ਨੂੰ ਸਟੋਰ ਕਰ ਲੈਣਾ, ਕੀ ਬਣਾਉਣ ਲਈ, ਇੱਕ ਰੈਜ਼ਰਵਾਇਰ ਬਣਾਉਣ ਲਈ। ਉਸ ਤੋਂ ਬਾਅਦ ਕੀ ਕਰਦੇ ਆ, ਕਹਿੰਦਾ ਇਹ ਪ੍ਰੈਸ਼ਰ ਟਨਲ ਇਜ਼ ਟੇਕਨ ਆਫ ਫਰੋਮ ਦਾ ਰੈਜ਼ਰਵਾਇਰ ਐਂਡ ਵਾਟਰ ਬਰੋਟ ਟੂ ਦਾ ਵਾਲ ਹਾਊਸ ਐਟ ਦਾ ਸਟਾਰਟ ਆਫ ਦਾ ਪੈਨਸਟਾਕ। ਕਹਿੰਦਾ ਆਪਾਂ ਫਿਰ ਇੱਕ ਪ੍ਰੈਸ਼ਰ ਟਨਲ, ਇੱਕ ਜਿੱਦਾਂ ਮਤਲਬ ਜਿੱਥੇ ਰੈਜ਼ਰਵਾਇਰ ਬਣਿਆ ਉਸ ਰੈਜ਼ਰਵਾਇਰ ਤੋਂ ਲੈ ਕੇ ਡੈਮ ਦੇ ਵਿੱਚੋਂ ਦੀ ਕੱਢ ਕੇ ਆਪਾਂ ਪਰਟੀਕੂਲਰ ਇੱਕ ਜਿੱਥੇ ਸਾਡਾ ਪਾਵਰ ਹਾਊਸ ਦਾ ਸਟਾਰਟਿੰਗ, ਪੈਨਸਟਾਕ ਦਾ ਸਟਾਰਟਿੰਗ ਆ, ਉੱਥੇ ਆਪਾਂ ਉਹਨੂੰ ਲੈ ਕੇ ਆਉਂਦੇ ਪ੍ਰੈਸ਼ਰ ਟਨਲ ਦੇ ਨਾਲ, ਤੇ ਉਹਦੇ ਉੱਤੇ ਆਪਾਂ ਕੀ ਲਾਇਆ ਹੋਇਆ, ਵਾਲ ਹਾਊਸ, ਮਤਲਬ ਜਾਂ ਕਿ ਅਸੀਂ ਪਾਣੀ ਨੂੰ ਆਫ ਕਰ ਸਕੀਏ, ਔਨ ਕਰ ਸਕੀਏ, ਮੈਨੂਅਲ ਵੀ ਤੇ ਆਟੋਮੈਟਿਕ ਵੀ। ਤਾਂ ਕਹਿੰਦਾ ਵਾਲ ਹਾਊਸ ਕੰਟੇਨਸ ਮੇਨ ਸਲਿਊਸ ਵਾਲਸ ਐਂਡ ਆਟੋਮੈਟਿਕ ਆਈਸੋਲੇਟਿੰਗ ਵਾਲ। ਆਟੋਮੈਟਿਕ ਮੀਨਸ ਅਗਰ ਕੋਈ ਫਾਲਟ ਪੈਂਦਾ ਥੱਲੇ ਸਾਡੇ ਪਾਵਰ ਹਾਊਸ ਦੇ ਵਿੱਚ, ਤਾਂ ਸਾਡਾ ਜਿਹੜਾ ਪੈਨਸਟਾਕ ਦਾ ਪਾਣੀ ਆ ਆਟੋਮੈਟਿਕਲੀ ਜਿਹੜੇ ਵਾਲਸ ਆ ਉਹਨਾਂ ਨੂੰ ਸਟਾਪ ਕਰ ਦਿੰਦੇ ਹੈਗੇ ਆ। ਇਸ ਕਰਕੇ ਆਟੋਮੈਟਿਕ ਵੀ, ਤੇ ਸਲਿਊਸ ਮੀਨਸ ਮੈਨੂਅਲ ਵੀ ਆਪਾਂ ਉਹਨੂੰ ਚਲਾ ਸਕਦੇ ਹੈਗੇ ਆ। ਦਾ ਫਾਰਮਰ ਕੰਟਰੋਲਸ ਦਾ ਵਾਟਰ ਫਲੋ ਆਫ ਦਾ ਪਾਵਰ ਹਾਊਸ ਐਂਡ ਦਾ ਲੇਟਰ ਕੱਟਸ ਆਫ ਸਪਲਾਈ ਆਫ ਵਾਟਰ ਫਰੋਮ ਪੈਨਸਟਾਕ ਬਰਸਟ। ਕਹਿੰਦਾ ਕਿ ਜਿਹੜੇ ਲੇਟਰ ਮਤਲਬ ਮੀਨਸ ਜਿਹੜਾ ਆ ਆਟੋਮੈਟਿਕ ਆਈਸੋਲੇਟਿੰਗ ਵਾਲਸ ਹੈਗੇ, ਉਹ ਕਹਿੰਦਾ ਪਾਵਰ ਨੂੰ ਕੱਟ ਆਫ ਕਰਦੇ ਆ ਕਦੋਂ, ਜਦੋਂ ਕਿ ਮੂਹਰੇ ਪਾਣੀ ਦੀ ਸਪਲਾਈ ਦੀ ਬਲੋਕਿੰਗ ਮੀਨਸ ਸਡਨ ਜਿਹੜੀ ਹੈ ਸ਼ਟਡਾਊਨ ਹੁੰਦੀ ਆ, ਤਾਂ ਸਾਡੀ ਪੈਨਸਟਾਕ ਜਿਹੜੀ ਬਰਸਟ ਨਾ ਹੋ ਜਾਏ ਉਹਨੂੰ ਬਚਾਉਣ ਲਈ ਆਟੋਮੈਟਿਕ ਜਿਹੜੇ ਆਈਸੋਲੇਟਿੰਗ ਵਾਲਵਸ ਆ ਉਹ ਆਪਰੇਟ ਹੁੰਦੇ ਆ। ਇਸ ਕਰਕੇ ਆਪਾਂ ਆਟੋਮੈਟਿਕ ਆਈਸੋਲੇਟਿੰਗ ਵਾਲਵਸ ਜਿਹੜੇ ਆ ਉਹ ਲਗਾਈਦੇ ਹੈਗੇ ਆ। ਕਹਿੰਦਾ ਫਰੋਮ ਦਾ ਵਾਲ ਹਾਊਸ ਵਾਟਰ ਇਜ਼ ਟੇਕਨ ਟੂ ਵਾਟਰ ਟਰਬਾਈਨ ਥਰੂ ਏ ਹਿਊਜ ਸਟੀਲ ਪਾਈਪ ਨੋਨ ਐਜ਼ ਪੈਨਸਟਾਕ। ਹੁਣ ਵਾਲ ਹਾਊਸ ਤੋਂ ਲੈ ਕੇ ਪਾਣੀ ਆਪਾਂ ਥੱਲੇ ਟਰਬਾਈਨ ਤੱਕ ਲੈ ਕੇ ਆਉਣਾ ਹੈਗਾ, ਜਿੱਥੇ ਵਾਟਰ ਟਰਬਾਈਨ ਆਪਾਂ ਪਾਵਰ ਹਾਊਸ ਦੇ ਵਿੱਚ ਲਗਾਈ ਹੋਈ ਥੱਲੇ, ਉੱਥੇ ਤੱਕ ਜਿਹੜਾ ਪਾਣੀ ਲੈ ਕੇ ਆਉਣਾ, ਉਹ ਪਾਣੀ ਜਿਸ ਰਸਤੇ ਥਾਣੀ ਆਪਾਂ ਲੈ ਕੇ ਆਉਣਾ, ਦੈਟ ਆਰ ਦਾ ਸਟੀਲ ਪਾਈਪਸ ਔਰ ਕੰਕਰੀਟ ਪਾਈਪਸ ਐਂਡ ਕਾਲਡ ਪਿਨਸਟਾਕਸ। ਉਹਨਾਂ ਨੂੰ ਆਪਾਂ ਪਿਨਸਟਾਕ ਕਹਿੰਦੇ ਆ। ਦੈਟ ਮੇ ਬੀ ਸਟੀਲ ਪਾਈਪਸ ਔਰ ਦੈਟ ਮੇ ਬੀ ਕੰਕਰੀਟ ਪਾਈਪਸ। ਮਤਲਬ ਇਹ ਡਿਪੈਂਡ ਕਰਦਾ ਕਿ ਕਿਹੋ ਜਿਹਾ ਪਿਨਸਟਾਕ ਤੁਹਾਡਾ ਪਾਵਰ ਹਾਊਸ ਹੈ। ਅਗਰ ਤਾਂ ਹਾਈ ਹੈਡ ਹੈ ਤਾਂ ਆਪਾਂ ਪ੍ਰੈਸ਼ਰ ਜ਼ਿਆਦਾ ਹੈ ਤਾਂ ਆਪਾਂ ਸਟੀਲ ਪਾਈਪਸ ਯੂਜ਼ ਕਰਦੇ ਹਾਂ। ਅਗਰ ਲੋ ਹੈਡ ਹੈ, ਪ੍ਰੈਸ਼ਰ ਘੱਟ ਹੈ ਪਾਣੀ ਦਾ, ਤਾਂ ਫਿਰ ਆਪਾਂ ਕੰਕਰੀਟ ਪਾਈਪਸ ਵੀ ਯੂਜ਼ ਕਰ ਸਕਦੇ ਹੈਗੇ। ਇਹ ਡਿਪੈਂਡ ਕਰਦਾ ਹੈ ਕਿ ਕਿਹੋ ਜਿਹਾ ਸਾਡਾ ਪਾਵਰ ਸਟੇਸ਼ਨ ਹੈ, ਹਾਈ ਹੈਡ ਹੈ ਕਿ ਲੋ ਹੈਡ ਹੈ। ਦਾ ਵਾਟਰ ਟਰਬਾਈਨ ਕਨਵਰਟਸ ਹਾਈਡ੍ਰੋਲਿਕ ਐਨਰਜੀ ਇਨਟੂ ਮਕੈਨੀਕਲ ਐਨਰਜੀ। ਹੁਣ ਕਹਿੰਦਾ ਵਾਟਰ ਟਰਬਾਈਨ ਜਿੱਥੇ ਆਣ ਕੇ ਪਿਨਸਟਾਕ ਤੋਂ ਪਾਣੀ ਆਪਾਂ ਵਾਟਰ ਟਰਬਾਈਨ ਤੱਕ ਲੈ ਕੇ ਆਏ ਹਾਂ, ਉਹ ਕੀ ਕਰਦੀ ਆ, ਹਾਈਡ੍ਰੋਲਿਕ ਐਨਰਜੀ ਨੂੰ ਮਕੈਨੀਕਲ ਐਨਰਜੀ ਵਿੱਚ ਕਨਵਰਟ ਕਰ ਦਿੰਦੀ ਹੈ। ਹੁਣ ਆਪਾਂ ਕਿਉਂਕਿ ਆਲਟਰਨੇਟਰ ਉਸ ਟਰਬਾਈਨ ਦੀ ਸ਼ਾਫਟ ਦੇ ਨਾਲ ਲਗਾਇਆ, ਫਿਰ ਕੀ ਆ, ਦਾ ਟਰਬਾਈਨ ਡਰਾਈਵਸ ਦਾ ਆਲਟਰਨੇਟਰ, ਕਿਉਂਕਿ ਸ਼ਾਫਟ ਨਾਲ ਅਟੈਚ ਹੈ ਆਲਟਰਨੇਟਰ, ਇਸ ਕਰਕੇ ਸਾਡਾ ਆਲਟਰਨੇਟਰ ਜਿਹੜਾ ਉਹ ਮੂਵ ਕਰਦਾ, ਵਿਚ ਕਨਵਰਟਸ ਮਕੈਨੀਕਲ ਐਨਰਜੀ ਇਨਟੂ ਇਲੈਕਟ੍ਰੀਕਲ ਐਨਰਜੀ, ਜਿਹੜਾ ਕਿ ਉਹਨੂੰ ਕਨਵਰਟ ਕਰ ਦਿੰਦਾ ਇਲੈਕਟ੍ਰੀਕਲ ਐਨਰਜੀ ਦੇ ਵਿੱਚ। ਜਦੋਂ ਟਰਬਾਈਨ ਮੂਵ ਕਰਦੀ ਆ ਤਾਂ ਉਹਦੀ ਸ਼ਾਫਟ ਮੂਵ ਕਰੇਗੀ, ਸ਼ਾਫਟ ਦੇ ਨਾਲ ਕਿਉਂਕਿ ਆਪਾਂ ਅਟੈਚ ਕੀਤਾ ਹੈਗਾ ਆਲਟਰਨੇਟਰ, ਤਾਂ ਨੈਚੁਰਲ ਆਲਟਰਨੇਟਰ ਮੂਵ ਕਰੇਗਾ ਤੇ ਇਲੈਕਟ੍ਰੀਕਲ ਐਨਰਜੀ ਜਿਹੜੀ ਉਹ ਜਨਰੇਟ ਹੋਏਗੀ। ਹੁਣ ਕੀ ਕਹਿੰਦਾ, ਇਹ ਸਰਜ ਟੈਂਕ ਓਪਨ ਫਰੋਮ ਟਾਪ is built just before the wall house and protects the penstock from bursting in case of turbine gets suddenly closed due to electrical load being thrown off। ਹੁਣ ਕਿਹਾ ਕਹਿੰਦਾ ਇੱਕ ਸਰਜ ਟੈਂਕ ਆਪਾਂ ਬਣਾਉਂਦੇ ਆ ਪਿਨਸਟਾਕ ਦੀ ਸਟਾਰਟਿੰਗ ਦੇ ਵਿੱਚ। ਕਿਉਂ ਬਣਾਉਂਦੇ ਆ, ਕਹਿੰਦਾ that is just called a safety valve for ਪਿਨਸਟਾਕ। ਇਹਨੂੰ ਆਪਾਂ ਸੇਫਟੀ ਵਾਲ, ਪਿਨਸਟਾਕ ਦਾ ਸੇਫਟੀ ਵਾਲ ਵੀ ਕਹਿ ਸਕਦੇ ਹਾਂ। ਸੇਫਟੀ ਕਿਸ ਚੀਜ਼ ਤੋਂ, ਕਿ ਕਹਿੰਦਾ ਅਗਰ
ਸਾਡਾ ਲੋਡ ਜਿਹੜਾ ਥਰੋਨ ਆਫ ਹੋ ਜਾਵੇ, ਮਤਲਬ ਸ਼ਟ ਡਾਊਨ ਹੋ ਜਾਵੇ, ਇੱਕਦਮ ਲੋਡ ਪਿੱਛੋਂ ਆਫ ਹੋ ਜਾਵੇ, ਤਾਂ ਨੈਚੁਰਲ ਆ ਕਿ ਸਾਨੂੰ ਪਿੱਛੋਂ ਪਾਣੀ ਦੀ ਸਪਲਾਈ ਵੀ ਨਹੀਂ ਚਾਹੀਦੀ। ਲੇਕਿਨ ਅਗਰ ਪਾਣੀ ਆਉਂਦਾ ਰਹੇਗਾ ਤਾਂ ਸਾਡੀ ਜਿਹੜੀ ਟਰਬਾਈਨ ਉਹਦੀ ਸਪੀਡ ਬਹੁਤ ਜ਼ਿਆਦਾ ਹਾਈ ਹੋ ਜਾਏਗੀ। ਇਸ ਕਰਕੇ ਆਪਾਂ ਕਿ ਜਦੋਂ ਸਡਨਲੀ ਪਾਣੀ ਨੂੰ ਆਫ ਕਰਦੇ ਹਾਂ ਤਾਂ ਪੂਰੀ ਪਿਨ ਸਟਾਕ ਦੇ ਵਿੱਚ ਪ੍ਰੈਸ਼ਰ ਬਣ ਜਾਂਦਾ। ਉਸ ਪ੍ਰੈਸ਼ਰ ਨੂੰ ਰਿਲੀਜ਼ ਕਰਨ ਲਈ ਆਪਾਂ ਇੱਕ ਸਰਜ ਟੈਂਕ ਬਣਾਉਂਦੇ ਹਾਂ ਜਿਹੜਾ ਕਿ ਓਪਨ ਫਰੋਮ ਟੌਪ ਤੋਂ ਓਪਨ ਹੁੰਦਾ ਹੈਗਾ। ਤਾਂ ਜਿਹੜਾ ਪਾਣੀ ਦੀ ਇੱਕਦਮ ਬ੍ਰੇਕ ਲੱਗਦੀ ਹੈ ਤਾਂ ਸਾਰਾ ਸਰਜ ਟੈਂਕ ਦੇ ਵਿੱਚ ਉਹ ਬੈਕ ਪ੍ਰੈਸ਼ਰ ਚਲ ਜਾਂਦਾ ਹੈ। ਦੇਖੋ ਕਹਿੰਦਾ ਵੈਨ ਦਾ ਗੇਟ ਕਲੋਜ਼ਿਸ ਦੇਅਰ ਇਜ਼ ਅ ਸਡਨ ਸਟਾਪਿੰਗ ਆਫ ਵਾਟਰ ਐਟ ਦਾ ਲੋਅਰ ਐਂਡ ਆਫ ਦਾ ਪਿਨ ਸਟਾਕ। ਥੱਲੇ ਪਾਸੇ ਕਹਿੰਦਾ ਪਿਨ ਸਟਾਕ ਦੇ ਪਾਣੀ ਇੱਕਦਮ ਰੁਕ ਜਾਂਦਾ ਹੈਗਾ, ਬੰਦ ਹੋ ਜਾਂਦਾ। ਐਂਡ ਕੰਸੀਕੁਐਂਟਲੀ ਦਾ ਪਿਨ ਸਟਾਕ ਕੈਨ ਬਰਸਟ ਲਾਈਕ ਏ ਪੇਪਰ ਲੌਗ। ਕਹਿੰਦਾ ਜਿਸ ਤਰ੍ਹਾਂ ਮਤਲਬ ਇੱਕਦਮ ਜਦੋਂ ਆਪਣੇ ਉਹ ਪਿਨ ਸਟਾਕ ਦੇ ਵਿੱਚ ਪਾਣੀ ਰੁਕੇਗਾ, ਬਰਸਟ ਬਣੇਗਾ ਤਾਂ ਸਾਡੀ ਪਿਨ ਸਟਾਕ ਜਿਹੜੀ ਪੇਪਰ ਵਾਂਗੂ ਫਟ ਸਕਦੀ ਹੈਗੀ ਆ। ਦਾ ਸਰਜ ਟੈਂਕ ਅਬਜ਼ੋਰਬਸ ਦਿਸ ਪ੍ਰੈਸ਼ਰ ਸਵਿੰਗ ਬਾਈ ਇਨਕਰੀਜ਼ ਇਨ ਇਟਸ ਲੈਵਲ ਆਫ ਵਾਟਰ। ਹੁਣ ਸਾਡਾ ਸਰਜ ਟੈਂਕ ਕੀ ਕਰਦਾ ਹੈ ਕਿ ਬਹੁਤ ਖੁੱਲਾ ਸਰਜ ਟੈਂਕ ਮਤਲਬ ਖੂਹ ਟਾਈਪ ਹੁੰਦਾ ਹੈ, ਉੱਪਰੋਂ ਓਪਨ ਹੁੰਦਾ ਕਿ ਜਦੋਂ ਪਾਣੀ ਪਿੱਛੋਂ ਰੁਕਦਾ ਤਾਂ ਇੱਕਦਮ ਪਾਣੀ ਦਾ ਜਿਹੜਾ ਪ੍ਰੈਸ਼ਰ ਬਣਦਾ ਹੈਗਾ, ਕਿਉਂਕਿ ਪਿੱਛੇ ਡੈਮ ਦੇ ਵਿੱਚ ਤਾਂ ਪਿੱਛੋਂ ਪਾਣੀ ਬਹੁਤ ਆ ਰਿਹਾ, ਪ੍ਰੈਸ਼ਰ ਪਿੱਛੇ ਨੂੰ ਰਿਲੀਜ਼ ਨਹੀਂ ਹੋ ਸਕਦਾ। ਇਸ ਕਰਕੇ ਆਪਾਂ ਸਰਜ ਟੈਂਕ ਦੇ ਵਿੱਚ ਸਾਰਾ ਪ੍ਰੈਸ਼ਰ ਜਿਹੜਾ ਉਹ ਰਿਲੀਜ਼ ਕਰ ਦਿੰਦੇ ਹਾਂ। ਅਤੇ ਸਰਜ ਟੈਂਕ ਕਿਉਂਕਿ ਛੋਟਾ ਹੈ ਇਸ ਕਰਕੇ ਪਾਣੀ ਉਹਦੇ ਵਿੱਚ ਅਬਜ਼ੋਰਬ ਹੋ ਜਾਂਦਾ ਅਤੇ ਸਰਜ ਟੈਂਕ ਜਿਹੜਾ ਪੂਰੇ ਪ੍ਰੈਸ਼ਰ ਨੂੰ ਅਬਜ਼ੋਰਬ ਕਰਦਾ ਹੈ। ਇਸ ਕਰਕੇ ਆਪਾਂ ਇਹਨੂੰ ਕੀ ਕਹਿੰਦੇ ਆ, ਸੇਫਟੀ ਵਾਲ ਆਫ ਪਿਨ ਸਟਾਕ ਵੀ ਕਹਿ ਸਕਦੇ ਹਾਂ ਕਿ ਇਹ ਪਿਨ ਸਟਾਕ ਦੀ ਸੇਫਟੀ ਕਰਦਾ ਹੈਗਾ। ਹੁਣ ਆਪਾਂ ਪੜਾਂਗੇ ਹਾਈਡਰੋਇਲੈਕਟ੍ਰਿਕ ਪਲਾਂਟ ਜਿਹੜਾ ਆਪਾਂ ਬਣਾਇਆ ਹੋਇਆ ਜਾਂ ਜੋ ਆਪਾਂ ਡਾਇਗਰਾਮ ਦੇਖੀ ਉਹਦੇ ਕਿਹੜੇ ਕਿਹੜੇ ਪਾਰਟਸ ਸੀਗੇ। ਪਹਿਲਾ ਹੈ ਡੈਮ। ਕਹਿੰਦਾ ਇਹ ਡੈਮ ਇਜ਼ ਏ ਬੈਰੀਅਰ ਵਿਚ ਸਟੋਰਸ ਵਾਟਰ ਐਂਡ ਕ੍ਰੀਏਟਸ ਵਾਟਰ ਹੈਡ। ਮਤਲਬ ਕਹਿੰਦਾ ਕਿ ਡੈਮ ਇੱਕ ਬੈਰੀਅਰ ਹੈ ਜਿਹੜਾ ਕਿ ਪਾਣੀ ਨੂੰ ਸਟੋਰ ਕਰਦਾ ਅਤੇ ਜਦੋਂ ਪਾਣੀ ਸਟੋਰ ਹੁੰਦਾ ਨੈਚੁਰਲ ਉਹਦੀ ਹਾਈਟ ਵੱਧਦੀ ਹੈ, ਇਸ ਕਰਕੇ ਉਹ ਇੱਕ ਹੈਡ ਵੀ ਕ੍ਰੀਏਟ ਕਰਦਾ ਹੈਗਾ। ਡੈਮਜ਼ ਆਰ ਬਿਲਟ ਆਫ ਕੰਕਰੀਟ ਔਰ ਸਟੋਨ ਮੈਸਨਰੀ, ਜਾਂ ਦੂਜੇ ਹੈ ਅਰਥ ਔਰ ਰੌਕਫਿਲ। ਦੋ ਤਰ੍ਹਾਂ ਦੇ ਡੈਮ ਬਣਾ ਸਕਦੇ ਹਾਂ, ਮੈਸਨਰੀ ਵਰਕ ਕੰਕਰੀਟ ਪਲੱਸ ਇੱਟਾਂ ਰੋੜੇ ਬਜਰੀ ਜੋ ਆਪਾਂ ਬਣਾਉਂਦੇ ਹਾਂ, ਜਾਂ ਕਹਿੰਦਾ ਅਰਥ ਔਰ ਰੌਕਫਿਲ ਮਤਲਬ ਪੱਥਰ ਵੱਡੇ ਵੱਡੇ ਅਤੇ ਮਿੱਟੀ ਲੈ ਕੇ ਆਪਾਂ ਉਹਦਾ ਵੀ ਡੈਮ ਬਣਾ ਸਕਦੇ ਹਾਂ। ਦਾ ਟਾਈਪ ਐਂਡ ਅਰੇਂਜਮੈਂਟ ਡਿਪੈਂਡਸ ਅਪੋਨ ਦਾ ਟੋਪੋਗ੍ਰਾਫੀ ਆਫ ਦਾ ਸਾਈਟ। ਕਹਿੰਦਾ ਕਿਸ ਤਰ੍ਹਾਂ ਦਾ ਬਣਾਉਣਾ ਹੈ ਉਹ ਡਿਪੈਂਡ ਕਰਦਾ ਕਿ ਆਪਾਂ ਉਸ ਪਰਟੀਕੂਲਰ ਜਗ੍ਹਾ 'ਤੇ ਜਾ ਕੇ ਦੇਖਾਂਗੇ। ਟੋਪੋਗ੍ਰਾਫੀ ਹੁੰਦਾ ਪਰਟੀਕੂਲਰ ਜਗ੍ਹਾ 'ਤੇ ਫਿਜ਼ੀਕਲੀ ਜਾ ਕੇ ਦੇਖਣਾ, ਚੈੱਕ ਕਰਾਂਗੇ ਕਿ ਉੱਥੋਂ ਕਿਹੋ ਜਿਹਾ ਸਾਡਾ ਇਹ ਡੈਮ ਬਣ ਸਕਦਾ ਹੈਗਾ। ਕਹਿੰਦਾ ਮੈਸਰੀ ਡੈਮ ਮੇ ਬੀ ਬਿਲਟ ਇਨ ਏ ਨੈਰੋ ਰਿਫਟ। ਕਹਿੰਦਾ ਰਿਫਟ ਮਤਲਬ ਜਿੱਥੇ ਥੋੜ੍ਹਾ ਤੰਗ ਰਸਤਾ ਹੈਗਾ ਪਹਾੜੀਆਂ ਦੇ ਵਿੱਚ, ਅਗਰ ਉਹ ਜਗ੍ਹਾ ਹੈ ਤਾਂ ਆਪਾਂ ਉੱਥੇ ਬੜੇ ਆਰਾਮ ਨਾਲ ਕੰਕਰੀਟ ਦਾ ਡੈਮ ਬਣਾ ਸਕਦੇ ਹਾਂ। ਅਤੇ ਦੂਜਾ ਕਹਿੰਦਾ ਐਨ ਅਰਥ ਡੈਮ ਮੇ ਬੀ ਬੈਸਟ ਸੁਟਡ ਫੋਰ ਏ ਵਾਈਡ ਵੈਲੀ। ਲੇਕਿਨ ਅਰਥ ਡੈਮ ਕਿੱਥੇ ਬਣ ਸਕਦਾ, ਜਿੱਥੇ ਥੋੜ੍ਹੀ ਜਿਹੀ ਚੜਾਈ ਜ਼ਿਆਦਾ ਹੈਗੀ ਹੈ ਵੈਲੀ ਦੀ, ਉਹ ਜਗ੍ਹਾ 'ਤੇ ਫਿਰ ਆਪਾਂ ਜਿਹੜਾ ਖੁੱਲ੍ਹਾ ਏਰੀਆ ਆ, ਕੰਕਰੀਟ ਬਹੁਤ ਜ਼ਿਆਦਾ ਲੱਗਦਾ, ਫਿਰ ਆਪਾਂ ਉੱਥੇ ਮਿੱਟੀ ਅਤੇ ਪੱਥਰਾਂ ਦਾ ਵੀ ਡੈਮ ਬਣਾ ਸਕਦੇ ਹਾਂ। ਦ ਟਾਈਪ ਆਫ ਡੈਮ ਆਲਸੋ ਡਿਪੈਂਡਸ ਔਨ ਦਾ ਫਾਊਂਡੇਸ਼ਨ ਕੰਡੀਸ਼ਨਸ, local materials and transportation available, occurrence of earthquakes and other hazards। ਮਤਲਬ ਹੁਣ ਕਹਿੰਦਾ ਕਿ ਡੈਮ ਜਿਹੜਾ ਹੈ ਡਿਪੈਂਡ ਕਰਦਾ ਹੈਗਾ ਕਿ ਉਹ ਕਿਹੋ ਜਿਹੀ ਸਿਚੁਏਸ਼ਨ 'ਚ ਕਿੱਦਾਂ ਦੀ ਉੱਥੇ ਹੈ, ਮਟੀਰੀਅਲ ਕਿਹੋ ਜਿਹਾ ਮਿਲ ਸਕਦਾ, ਕੀ ਟਰਾਂਸਪੋਰਟੇਸ਼ਨ ਕਿਹੋ ਜਿਹੀ ਅਵੇਲੇਬਲ ਉੱਥੇ ਤੱਕ ਪਹੁੰਚਣ ਲਈ। ਕਿ ਕਈ ਵਾਰੀ ਐਸਾ ਹੋ ਜਾਂਦਾ ਕਿ ਬਹੁਤ ਨੈਰੋ ਹੈਡ ਆ ਜਾਂਦਾ, ਉੱਥੇ ਟਰਾਂਸਪੋਰਟੇਸ਼ਨ ਹੀ ਨਹੀਂ ਪਹੁੰਚ ਸਕਦੀ, ਫਿਰ ਉੱਥੇ ਆਪਾਂ ਡੈਮ ਉਸ ਤਰੀਕੇ ਨਾਲ ਬਣਾਵਾਂਗੇ। ਅਕਰੈਂਸ ਆਫ ਅਰਥਕ੍ਰੈਕਸ ਕਿੰਨੇ ਭੂਚਾਲ ਕਿੰਨੇ ਕੁ ਆਉਂਦੇ ਆ ਉਹ 'ਤੇ ਡਿਪੈਂਡ ਕਰਦਾ, ਅਤੇ ਹੋਰ ਫਿਜ਼ੀਕਲ ਕੰਡੀਸ਼ਨਸ ਉੱਥੇ ਦੀਆਂ ਕਿੱਦਾਂ ਦੀਆਂ ਮਿੱਟੀ ਦੀਆਂ, ਇਹਨਾਂ ਸਾਰੀਆਂ ਚੀਜ਼ਾਂ 'ਤੇ ਡਿਪੈਂਡ ਕਰਦਾ ਹੈ ਜਿਹੜਾ ਆਪਾਂ ਡੈਮ ਬਣਾਉਣਾ ਹੈਗਾ। ਦਾ ਮੋਸਟ ਆਫ ਸਾਈਟਸ more than one type of dam may be suitable and the one which is most economically chosen। ਕਹਿੰਦਾ ਹੁਣ ਜ਼ਰੂਰੀ ਨਹੀਂ ਕਿ ਆਪਾਂ ਵੀ ਆਪਾਂ ਕੰਕਰੀਟ ਦੇ ਡੈਮ ਹੀ ਬਣਾਉਣੇ ਆ, ਕਹਿੰਦਾ ਡਿਪੈਂਡ ਕਰਦਾ ਸਿਚੁਏਸ਼ਨ 'ਤੇ, ਉਹੋ ਜਿਹੀ ਸਿਚੁਏਸ਼ਨ ਪਲੱਸ ਕਿੱਦਾਂ ਦਾ ਇਕਨੋਮਿਕਲ ਸਾਨੂੰ ਹੋ ਸਕਦਾ, ਆਪਾਂ ਉਹ ਡੈਮ ਜਿਹੜਾ ਉਹ ਚੂਜ਼ ਕਰਦੇ ਹੈਗੇ ਆ। ਸਪਿਲਵੇ ਕਹਿੰਦਾ there are times when the river flow exceed the storage capacity of the reservoir। Such a situation arises during heavy rainfall in the catchment area। ਕਹਿੰਦਾ ਕਈ ਵਾਰੀ ਇੱਦਾਂ ਦੀ ਸਿਚੁਏਸ਼ਨ ਆ ਜਾਂਦੀ ਆ ਕਿ ਸਾਡੇ ਕੋਲ ਰੈਜ਼ਰਵਾਇਰ 'ਚ ਪਾਣੀ ਜਿਹੜਾ ਸਰਪਲਸ ਹੋ ਜਾਂਦਾ, ਜਿੰਨੀ ਸਟੋਰੇਜ ਕਪੈਸਿਟੀ ਉਹ ਤੋਂ ਜ਼ਿਆਦਾ ਆਉਣਾ ਸ਼ੁਰੂ ਹੋ ਜਾਂਦਾ। ਕਦੋਂ? ਕਹਿੰਦਾ ਇਸ ਸਿਚੁਏਸ਼ਨ ਉਦੋਂ ਹੁੰਦੀ ਹੈ ਜਦੋਂ ਬਹੁਤ ਜ਼ਿਆਦਾ ਬਰਸਾਤਾਂ ਵਿੱਚ ਪਿੱਛੇ ਮੀਂਹ ਪੈਂਦਾ, ਕਿਉਂਕਿ ਕੈਚਮੈਂਟ ਏਰੀਆ ਬਹੁਤ ਵੱਡਾ ਹੁੰਦਾ, ਮੀਂਹ ਜਿਹੜਾ ਪੂਰੇ ਪਹਾੜੀ ਇਲਾਕੇ 'ਚ ਪੈ ਰਿਹਾ ਹੁੰਦਾ। ਇਸ ਕਰਕੇ ਜਿੱਥੇ ਜਿੱਥੇ ਵੀ ਨਦੀਆਂ ਨਾਲੇ ਜੋ ਉੱਪਰਲੇ ਪਾਸੇ ਜੋ ਉਹਦੇ ਬੈਕ ਸਾਈਡ 'ਤੇ ਡੈਮ ਦੇ ਹੈ ਜਿਹੜਾ ਕਿ ਪਾਣੀ ਉੱਚ ਆਉਂਦਾ, ਸਾਰੇ ਪਾਸਿਓਂ ਪਾਣੀ ਇਕੱਠਾ ਹੋਣ ਕਰਕੇ ਉਹ
ज़्यादा कैपेसिटी स्टोरेज नाल ज़्यादा पानी आना शुरू हो जाता, इस करके आप ज़्यादा पानी स्टोर नहीं कर सकते। फिर की करते हैं, इन ऑर्डर टू डिस्चार्ज द सरप्लस वाटर फ्रॉम द स्टोरेज रेजरवायर इनटू द रिवर ऑन द डाउन स्ट्रीम साइड ऑफ द डैम स्पिलवेज आर यूज्ड। कहता हुण आपां की करते हैं, क्योंकि सरप्लस पानी नूं डिस्चार्ज करने लई जिहड़ा आपां उस रेजरवायर दे विचों आपां स्पिलवेज यूज़ करते हैं, जिहड़े कि डाउन स्ट्रीम च डायरैक्ट सीधा पानी आपां सुੱਟ दिंदे हैं। उदां पानी ਜਿਹੜਾ वाटर आप स्टोर किया हैड बनाया होया वो आप थ्रू टरबाइनस उस स्ट्रीम के सुੱਟਦੇ हैं, पर जो सरप्लस हो जाता फिर आपू सीधा ही डायरैक्ट पानी जो उत्थे सुੱਟਣਾ पैंदा। स्पिलवेज आर कंस्ट्रक्टेड ऑफ कंक्रीट पायर्स ऑन द टॉप ऑफ द डैम। कहता स्पिलवेज जोड़े आ ये कंस्ट्रक्ट किए जाते डैम के टॉप के उत्ते, एक छोटे छोटे मतलब अकॉर्डिंग टू साइज जिदा तुहानूं साइज चाहिए हैगा आपां मतलब होल रख देंगे, जिन्होंने आप मतलब घाट कह सकते हैं, जिदा किसी पहाड़ी के मोहरा कर दीए। इस डैम के आप उपरले पासे टॉप के उत्ते आप रस्ते रखते हैं। फिर करते हैं, गेट्स आर प्रोवाइडेड बिटवीन दीज पायर्स एंड सरप्लस वाटर इज डिस्चार्ज ओवर द टॉप ऑफ द डैम बाय ओपनिंग दीज गेट्स। हुण आपां वो जिहड़ियां जगह बनाई हैगी है, रस्ते बनाए हैगे, वो जे रस्ते नूं बंद नहीं करांगे तो पानी सारा उहदे विचों ओवरफ्लो होंदा रहूगा। नहीं, आपां की करते हैं, बड़े बड़े लोहे के गेट्स लगा देने उहदे मूहरे, ताकि पानी उहदे पिछे स्टोर रहे जिथे तक आपां नूं लैवल चाहिए। बट जे उस लैवल तो पानी वध रहा तो आपां गेट्स हौली हौली तां चक देने, ओपन कर देने, तो उन्हां विचों दी पानी जिहड़ा ओवरफ्लो होकर डायरैक्ट जिहड़ा उस स्ट्रीम दे विच पै जांदा हैगा। एंड दिस इज कॉल्ड, ऑल दीज आर कॉल्ड स्पिलवेज। हेडवर्क्स। The headworks consists of the diversion structures at the head of an intake। जिदा कि आप पहला डायग्राम च देख चुके हैं कि आप एक हेडवर्क्स तो लैके पिनस्टॉक तक का एक रस्ता होंदा है, उस रस्ते नूं आप मतलब उस रस्ते तो पहला अपना एक हेडवर्क्स बनया होंदा। उत्थे की होंदा, दे जनरली इनकलूड्स बूम्स एंड रैक्स फॉर डाइवर्टिंग फ्लोटिंग डेब्रीज, स्लूस for bypassing debris and sediments and valves for controlling the flow of water into the turbine। मतलब किहड़ी चीज़ां होंदियां, कहंदा की हुंदा, बूम्स रैक्स होंदे आ, जालियां बड़ियां जालियां, मतलब फॉर डाइवर्टिंग फ्लोटिंग डेब्रीज, sluices for bypassing debris and sediments। हुण मतलब आपां की करदे हैं, कहंदा कि जिद्दां पिनस्टॉक खराब ना होवे जां पिनस्टॉक रा मटीरियल ना भर ना जाए, वो आप बड़े बड़े रैक्स ते बूम्स वगैरह लगा देने, कित्थे हैडवर्क्स के विच। मतलब हैडवर्क्स क्या, पिनस्टॉक तो पहला की जगह आ, उत्थे आप चीज़ां लगाउने आ ताकि कोई फ्लोटिंग मीन्स, क्योंकि जंगल के विचों पहाड़ी इलाका उपरले पासों कोई लक्कड़ आ सकती है, कोई कंस्ट्रक्शन का मटीरियल आ सकता, कोई मलबा सिल्ट गार, ये सारिया चीज़ों बाईपास करने लई आपां हैडवर्क्स के उत्ते कंट्रोल करते हैं सारिया चीज़ां, ताकि जिहड़ी सारी चीज़ है ये साडे पिनस्टॉक के थ्रू होकर साडे टरबाइन च जाके ना साड़ी टरबाइन नूं खराब ना करे, टरबाइन के ब्लेड्स नूं खराब ना करे। फिर भी इन्ना कंट्रोल करने के बाद भी छोटे छोटे कंकर, छोटा मटीरियल, रेता, हल्का हल्का कण रेता दी साड़ी टरबाइन के ब्लेड्स के उत्ते जाके बजते रहंदे आ, जिहदी कि आपां मेनटेनेंस वगैरह करते रहने। पर जिहड़े बड़े बड़े ब्लॉक्स, बड़ी कंस्ट्रक्शन का कोई मटीरियल आ जाता विच, उन्होंने रोकने लिए आप रैक्स वगैरह बूम्स वगैरह लगाने हैं कितने हैडवर्क्स के उत्ते। मतलब यह मतलब हैडवर्क्स कितने होया, पिनस्टॉक तो पहला वाली जगह जिथे आप गेट वॉल्स वगैरह लगाए हुए उस जगह पर। The flow of water into the headworks should be as smooth as possible to avoid head loss and cavitation। कहता हुण इस करके हैडवर्क के विचों दी पानी जिहड़ा साडे थल्ले पिनस्टॉक दे विच आउणा, कहंदा इन्ना समूथ ते इन्ना सॉफ्टली होना चाहिए ताकि साडे हैडवर्क नूं कोई लॉस ना होए ते कैविटियां ना बनन साडे, मतलब उस पिनस्टॉक दे विच जां उस डैम दे विच जां साडे जिहड़े थल्ले ब्लेड्स वगैरह लगे हुए आ उहदे विच कोई कैविटीज़ मीनस खराबी ना आवे, मतलब डूंघे टोए ना पै जाण जां कट ना लग जाते। दैट कैविटी जिदा दंदा कैविटी नहीं हो जाती, आप दंद चैक कराने वो कहते कैविटी बन गई, दैट मीनस डूंग टोआ कोई इस तरह का नुकसान ना हो। इस करके आप जो पर रा मटीरियल, रफ मटीरियल, कोई लक्कड़, कोई बट्टा, कुछ भी जो मतलब फ्लोटिंग मटीरियल कुछ भी उपरों आ रहा उन्होंने आप हैडवर्क्स के ही रोक के रैक्स लगा के उन्होंने उतों बाईपास कर दें, साफ कर दें, सफाई कर दें। क्रेन्स वगैरह लगी होंदियां तो साइफनस वगैरह लगे होंगे जोड़ा कि वो सिल्ट वगैरह वो कढ़ते रहते। इस तरह का काम सारा काम जो हैडवर्क्स होंगे। एक्चुअली हैडवर्क्स की डैम तो रेजरवायर के लागे ही अपना हैडवर्क होंदा, ताकि डैम के विचों ही पानी स्टार्ट होकर थले जाना, इस करके हैडवर्क भी डैम के उत्ते होंदा ते पावर हाउस जिहड़ा वो पिनस्टॉक के थल्ले पासे होंदा। इस तरह यह हैडवर्क जिहड़ा होंदा हैगा। सर्ज टैंक कहंदा ओपन कंड्यूट्स लीडिंग वाटर टू द टरबाइन रिक्वायर्स नो प्रोटेक्शन। अगर कहंदा जिहड़े साडे पिनस्टॉक्स ने ओपन हैगे आ, मतलब क्लोज कंड्यूट नहीं ओपन हैगे, तो फिर कहंदा सानू
इस टरबाइन की जी मतलब प्रोटैक्शन देने की पिन स्टॉक नूं लोड़ नहीं आ। हाउएवर फिर भी कहता वैन क्लोज कंड्यूट्स आर यूज्ड प्रोटैक्शन बिकम्स नैसेसरी टू लिमिट द abnormal pressure in the for this reason closed conduits are always provided with a such tank। कहता हुण क्योंकि closed conduits नूं ਜਿਹੜਾ ਪ੍ਰੋਟੈਕਟ ਕਰਨ ਲਈ ਤਾਂ ਕਿ ਅਬਨੋਰਮਲ ਪ੍ਰੈਸ਼ਰ ਅਗਰ ਬਣ ਜਾਵੇ ਤਾਂ ਅਸੀਂ ਉਹਨੂੰ ਪ੍ਰੋਟੈਕਟ ਕਰ ਸਕੀਏ ਤਾਂ ਕਿ ਬਲਾਸਟ ਨਾ ਹੋ ਜਾਵੇ, ਉਹਦੇ ਲਈ ਕਹਿੰਦਾ ਆਪਾਂ ਪ੍ਰੋਟੈਕਸ਼ਨ ਦਿੰਦੇ ਹਾਂ ਕਿਹੜੀ ਸਰਜ ਟੈਂਕ ਦੀ। ਕਹਿੰਦਾ ਸਰਜ ਟੈਂਕ ਇਜ਼ ਅ ਸਮਾਲ ਰੈਜ਼ਰਵਾਇਰ ਔਰ ਟੈਂਕ ਓਪਨ ਐਟ ਦਾ ਟੌਪ ਇਨ ਵਿਚ ਵਾਟਰ ਲੈਵਲ ਰਾਈਜ਼ਿਜ਼ ਔਰ ਫਾਲਸ ਟੂ ਰਿਡਿਊਸ ਦਾ ਪ੍ਰੈਸ਼ਰ ਸਵਿੰਗ ਇਨ ਦਾ ਕੰਡਿਊਟ। ਕਹਿੰਦਾ ਹੁਣ ਸਰਜ ਟੈਂਕ ਕੀ ਹੈ, ਕਹਿੰਦਾ ਉਹ ਓਪਨ ਟੂ ਏਅਰ ਇੱਕ ਸਮਾਲ ਟੈਂਕ ਹੈ ਜਿਹੜਾ ਕਿ ਆਪਾਂ ਪਿਨ ਸਟਾਕ ਦੇ ਸਟਾਰਟਿੰਗ ਦੇ ਵਿੱਚ ਲਗਾਉਂਦੇ ਹੈਗੇ ਆ, ਜਿਹੜਾ ਕਿ ਪ੍ਰੈਸ਼ਰ ਵਾਟਰ ਲੈਵਲ ਨੂੰ ਰਾਈਜ਼ ਤੇ ਫੋਲ ਕਰਦਾ ਹੈ, ਘਟਾਉਂਦਾ ਵਧਾਉਂਦਾ ਰਹਿੰਦਾ ਹੈਗਾ, ਜਿੰਨੀ ਕਿ ਸਾਨੂੰ ਪਾਣੀ ਦੀ ਲੋੜ ਪੈਂਦੀ ਹੈ ਥੱਲੇ। ਇਸ ਤਰ੍ਹਾਂ ਦੇਖੋ ਸਮਝਾਇਆ ਅੱਗੇ, ਕਹਿੰਦਾ ਸਰਜ ਟੈਂਕ ਇਜ਼ ਲੋਕੇਟਡ ਨੀਅਰ ਦ ਬਿਗਨਿੰਗ ਆਫ ਦ ਕੰਡਿਊਟ when the turbine is running at a steady load there is no surge in the flow of water through the conduit, that is quantity of water flowing in the conduit is just sufficient to meet the turbine requirements। ਕਹਿੰਦਾ ਅਗਰ ਨਾਰਮਲ ਕੰਡੀਸ਼ਨ 'ਚ ਆਪਾਂ ਚੱਲਦੇ ਹੈਗੇ ਆ, ਨਾਰਮਲ ਸਾਡਾ ਮਤਲਬ ਪਾਵਰ ਹਾਊਸ ਚੱਲ ਰਿਹਾ ਹੈਗਾ ਤਾਂ ਜਿਹੜਾ ਪਿਨ ਸਟਾਕ ਦੇ ਵਿੱਚੋਂ ਪਾਣੀ ਵੀ ਨਾਰਮਲ ਫਲੋ ਕਰ ਰਿਹਾ ਹੈਗਾ, ਜਿੰਨੀ ਕਿ ਰਿਕੁਆਇਰਮੈਂਟ ਹੈਗੀ ਉਹਦੇ ਹਿਸਾਬ ਨਾਲ ਪਾਣੀ ਜਿਹੜਾ ਉਹ ਪਿਨ ਸਟਾਕ ਦੇ ਵਿੱਚੋਂ ਦੀ ਆਈ ਜਾਂਦਾ। ਹੋਰ ਵੈਨ ਦਾ ਲੋਡ ਔਨ ਦਾ ਟਰਬਾਈਨ ਡਿਕਰੀਜ਼ਿਜ਼, ਪਰ ਫਿਰ ਵੀ ਕਿਸੇ ਕਾਰਨ ਕਰਕੇ ਅਗਰ ਲੋਡ ਘਟ ਜਾਂਦਾ ਟਰਬਾਈਨ ਦੇ ਉੱਤੇ ਤਾਂ ਕੀ ਕਰੇਗਾ, ਗਵਰਨਰਸ ਜਿਹੜੇ ਲੱਗੇ ਹੁੰਦੇ ਆ, ਗਵਰਨਰ ਕਲੋਜ਼ਿਜ਼ ਦਾ ਗੇਟ ਆਫ ਦਾ ਟਰਬਾਈਨ, ਗਵਰਨਰ ਆਟੋਮੈਟਿਕਲੀ ਟਰਬਾਈਨ ਦੇ ਗੇਟ ਨੂੰ ਰੋਕਦਾ ਕਿਉਂਕਿ ਮੋਰੇ ਸਪਲਾਈ ਨਹੀਂ ਆ, ਆਊਟਪੁੱਟ ਜਿਹੜੀ ਘਟ ਗਈ, ਇਸ ਕਰਕੇ ਇਨਪੁੱਟ ਵੀ ਘਟਾਉਣੀ ਪੈਗੀ। ਇਨਪੁੱਟ ਕੀ ਆ, ਵਾਟਰ, ਇਸ ਕਰਕੇ ਜਿਹੜੇ ਆ ਗਵਰਨਰਸ ਆ ਆਟੋਮੈਟਿਕਲੀ ਗੇਟਸ ਨੂੰ ਜਿਹੜਾ ਕਲੋਜ਼ ਕਰ ਦਿੰਦੇ ਆ ਤਾਂ ਕੀ ਕਰਦੇ ਆ, ਰਿਡਿਊਸਿੰਗ ਵਾਟਰ ਸਪਲਾਈ ਟੂ ਦਾ ਟਰਬਾਈਨ, ਤੇ ਟਰਬਾਈਨ ਨੂੰ ਵਾਟਰ ਦੀ ਸਪਲਾਈ ਜਿਹੜੀ ਘਟ ਜਾਂਦੀ ਆ। ਪਰ ਹੁਣ ਪਿੱਛੋਂ ਤਾਂ ਪਾਣੀ ਆ ਰਿਹਾ, ਟਰਬਾਈਨਸ ਜਿਹੜੀਆਂ ਟਰਬਾਈਨ ਦੇ ਬਿਲਕੁਲ ਮੂਹਰੇ ਜਿਹੜੇ ਗੇਟਸ ਆ ਗਵਰਨਰ ਜਿਹੜੇ ਕਿ ਟਰਬਾਈਨ ਦੇ ਕੋਲ ਲੱਗੇ, ਇਸ ਕਰਕੇ ਪਿਨ ਸਟਾਕ 'ਚ ਪਾਣੀ ਤਾਂ ਭਰਿਆ ਔਰ ਪਿੱਛੋਂ ਪ੍ਰੈਸ਼ਰ ਨਾ ਆ ਰਿਹਾ, ਫਿਰ ਹੁੰਦਾ the excess water at the lower end of the conduit rushes back to the surge tank and increases its water level। ਹੁਣ ਕੀ ਕਰਦਾ ਕਿ ਜਿਹੜਾ ਵਾਧੂ ਪਾਣੀ ਹੁੰਦਾ ਕਿਉਂਕਿ ਪਾਣੀ ਦਾ ਪਿੱਛੋਂ ਪ੍ਰੈਸ਼ਰ ਨਾ ਆਇਆ, ਆਪਾਂ ਮੂਹਰੇ ਰੋਕਦਾ ਤਾਂ ਪਾਣੀ ਬੈਕ ਪ੍ਰੈਸ਼ਰ ਮਾਰੇਗਾ, ਉਹ ਬੈਕ ਪ੍ਰੈਸ਼ਰ ਫਿਰ ਕੀ ਕਰਦਾ, ਡੈਮ ਦੇ ਵਿੱਚ ਤਾਂ ਜਾ ਨਹੀਂ ਸਕਦਾ, ਕੋਈ ਪਿੱਛੋਂ ਬਹੁਤ ਪ੍ਰੈਸ਼ਰ ਨਾਲ ਪਾਣੀ ਆ ਰਿਹਾ ਤਾਂ ਉਹ ਕਿੱਥੇ ਜਾਂਦਾ ਹੈਗਾ, ਸਰਜ ਟੈਂਕ ਦੇ ਵਿੱਚ ਚਲ ਜਾਂਦਾ। ਸਰਜ ਟੈਂਕ ਕਿਉਂਕਿ ਓਪਨ ਹੈਗਾ ਉੱਪਰੋਂ, ਇਸ ਕਰਕੇ ਸਰਜ ਟੈਂਕ ਦਾ ਲੈਵਲ ਜਿਹੜਾ ਉਹ ਅਪ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਮੂਹਰੇ ਗੇਟਸ ਜਿਹੜੇ ਆ ਸਡਨਲੀ ਆਪਾਂ ਡਾਊਨ ਕਰ ਦਿੰਦੇ, ਬੰਦ ਕਰ ਦਿੰਦੇ ਆ। On the other hand, when the load on the turbine increases, additional water is drawn from the surge tank। ਹੁਣ ਦੂਜੇ ਪਾਸੇ ਅਗਰ ਲੋਡ ਵੱਧ ਜਾਵੇ ਕਿਸੇ ਕਾਰਨ ਕਰਕੇ ਜਨਰੇਟਰ ਦੇ ਲੋਡ ਜ਼ਿਆਦਾ ਪੈਣਾ ਸ਼ੁਰੂ ਹੋ ਗਿਆ ਤਾਂ ਨੈਚੁਰਲ ਉਹਦੀ ਇਨਪੁੱਟ ਵੀ ਸਾਨੂੰ ਜ਼ਿਆਦਾ ਚਾਹੀਦੀ ਆ। ਉਸ ਕੰਡੀਸ਼ਨ ਦੇ ਵਿੱਚ ਕਹਿੰਦਾ ਜਿਹੜਾ ਸਰਜ ਟੈਂਕ ਦਾ ਵਾਧੂ ਪਾਣੀ ਆਪਾਂ ਸਰਜ ਟੈਂਕ 'ਚ ਇਕੱਠਾ ਕੀਤਾ ਹੈ ਸੀ ਉਹ ਫਿਰ ਇਨਕਰੀਜ਼ ਲੋਡ ਦੀ ਰਿਕੁਆਇਰਮੈਂਟ ਨੂੰ ਪੂਰਾ ਕਰਦਾ, ਪਾਣੀ ਜਿਹੜਾ ਉਹ ਸਰਜ ਟੈਂਕ ਦੇ ਵਿੱਚੋਂ ਦੀ ਆਉਣਾ ਸ਼ੁਰੂ ਹੋ ਜਾਂਦਾ, ਸਰਜ ਟੈਂਕ ਦਾ ਲੈਵਲ ਜਿਹੜਾ ਉਹ ਡਾਊਨ ਆਉਣਾ ਸ਼ੁਰੂ ਹੋ ਜਾਂਦਾ। ਹੈਂਸ ਕਹਿੰਦਾ ਸਰਜ ਟੈਂਕ ਓਵਰਕਮਸ ਦਾ ਅਬਨੋਰਮਲ ਪ੍ਰੈਸ਼ਰ ਇਨ ਦਾ ਕੰਡਿਊਟ when load on the turbine falls and acts as a reservoir during increase of load on the turbine। ਤੇ ਕਹਿੰਦਾ ਹੁਣ ਦੋ ਕੰਮ ਕਰਦਾ, ਜਦੋਂ ਤਾਂ ਸਾਡਾ ਪ੍ਰੈਸ਼ਰ ਘਟ ਜਾਂਦਾ ਮੀਨਸ ਲੋਡ ਘਟ ਜਾਂਦਾ ਤਾਂ ਉਦੋਂ ਸਰਜ ਟੈਂਕ ਜਿਹੜਾ ਆ ਉਹ ਉਹਨੂੰ ਅਬਜ਼ੌਰਬ ਕਰ ਦਿੰਦਾ, ਪ੍ਰੈਸ਼ਰ ਨੂੰ ਅਬਜ਼ੌਰਬ ਕਰਕੇ ਮਤਲਬ ਉੱਪਰ ਨੂੰ ਪਾਣੀ ਦਾ ਲੈਵਲ ਆ ਜਾਂਦਾ। ਪਰ ਜਦੋਂ ਸਾਨੂੰ ਸਡਨ ਲੋਡ ਵੱਧਦਾ ਹੈਗਾ ਤਾਂ ਸਾਨੂੰ ਪਾਣੀ ਦੀ ਕੁਆਂਟੀਟੀ ਜ਼ਿਆਦਾ ਚਾਹੀਦੀ ਹੈ ਤਾਂ ਉਦੋਂ ਉਹੀ ਸਰਜ ਟੈਂਕ ਜਿਹੜਾ ਐਜ਼ ਏ ਰੈਜ਼ਰਵਾਇਰ ਵੀ ਕੰਮ ਕਰਦਾ ਕਿਉਂਕਿ ਉਹ 'ਚੋਂ ਵੀ ਪਾਣੀ ਆਉਣਾ ਸ਼ੁਰੂ ਹੋ ਜਾਂਦਾ, ਇਸ ਕਰਕੇ ਉਹ ਰੈਜ਼ਰਵਾਇਰ ਦਾ ਵੀ ਕੰਮ ਕਰਦਾ ਹੈਗਾ। ਇਸ ਤਰ੍ਹਾਂ ਇਹ ਸਰਜ ਟੈਂਕ ਜਿਹੜਾ ਹੈ ਕੰਮ ਕਰਦਾ ਹੈ। ਪੰਜਵਾਂ ਪੁਆਇੰਟ ਹੈ ਪਿਨ ਸਟਾਕਸ। ਪਿਨ ਸਟਾਕਸ ਆਰ ਓਪਨ ਔਰ ਕਲੋਜ਼ ਕੰਡਿਊਟਸ ਵਿਚ ਕੈਰੀ ਵਾਟਰ ਟੂ ਦਾ ਟਰਬਾਈਨ। ਮਤਲਬ ਜਿੱਦਾਂ ਆਪਾਂ ਪਹਿਲਾਂ ਪੜ੍ਹਿਆ ਹੈਡਵਰਕਸ ਤੋਂ ਸਟਾਰਟ ਕਰਕੇ ਆਪਾਂ ਟਰਬਾਈਨ ਤੱਕ ਜਿਹੜਾ ਪਾਣੀ ਲੈ ਕੇ ਆਉਂਦੇ ਆ ਉਹ ਆਪਾਂ ਪਿਨ ਸਟਾਕਸ ਦੇ ਥਰੂ ਲੈ ਕੇ ਆਉਂਦੇ ਆ। ਅਤੇ ਇਹ ਕਹਿੰਦਾ ਓਪਨ ਜਾਂ ਕਲੋਜ਼ ਕੰਡਿਊਟਸ ਹੋ ਸਕਦੀਆਂ, ਦੇ ਆਰ ਜਨਰਲੀ ਮੇਡ ਆਫ ਰੇਨਫੋਰਸ ਕੰਕਰੀਟ ਔਰ ਸਟੀਲ ਦੀਆਂ ਜਾਂ RCC ਮਟੀਰੀਅਲ ਦੀਆਂ ਬਣੀਆਂ ਹੋ ਸਕਦੀਆਂ। ਕੰਕਰੀਟ ਪਿਨ ਸਟਾਕ ਸੂਟੇਬਲ ਫੋਰ ਲੋ ਹੈਡ ਹੁੰਦਾ ਕਿ ਜਿੱਥੇ ਆਪਾਂ ਪਾਣੀ ਦਾ ਪ੍ਰੈਸ਼ਰ ਘੱਟ ਹੋਵੇ ਪਰ ਪਾਣੀ ਦੀ ਕੁਆਂਟੀਟੀ ਜ਼ਿਆਦਾ ਹੋਵੇ ਉੱਥੇ ਆਪਾਂ ਜਿਹੜੇ ਆ ਕੰਕਰੀਟ ਪਾਈਪਸ ਜਿਹੜੇ ਆ ਯੂਜ਼ ਕਰ ਸਕਦੇ ਆ। ਬਟ ਦਾ ਸਟੀਲ ਪਿਨ ਸਟਾਕ ਕੈਨ ਬੀ ਡਿਜ਼ਾਈਨਡ ਫॉर ਐਨੀ ਹੈਡ। ਪਰ ਜਿਹੜੀਆਂ ਸਟੀਲ ਪਿਨ ਸਟਾਕਸ ਆ ਕਿਸੇ ਵੀ ਹੈਡ ਲਈ, ਚਾਹੇ ਉਹ ਲੋ ਹੈਡ ਆ, ਚਾਹੇ ਹਾਈ ਹੈਡ ਆ, ਚਾਹੇ ਵੈਰੀ ਹਾਈ ਹੈਡ ਆ, ਉੱਥੇ ਆਪਾਂ ਯੂਜ਼ ਕਰ ਸਕਦੇ ਹਾਂ। ਥਿਕਨੈਸ ਆਫ ਪਿਨ ਸਟਾਕ ਇਨਕਰੀਜ਼ਿਜ਼ ਵਿਦ ਦਾ ਹੈਡ ਔਰ ਵਰਕਿੰਗ ਪ੍ਰੈਸ਼ਰ। ਥਿਕਨੈਸ ਮੀਨਸ ਜਿਹੜਾ ਸਟੀਲ ਪਾਈਪਸ ਆਪਾਂ ਯੂਜ਼ ਕਰਨੇ ਆ ਉਹ ਜਿਹੜੀ ਸਟੀਲ ਦੀ ਥਿਕਨੈਸ ਆ ਉਹ ਫਿਰ ਡਿਪੈਂਡ ਕਰਦੀ ਆ ਕਿਹੜੇ ਹੈਡ ਲਈ ਯੂਜ਼ ਕਰਦੇ ਆ। ਜੇ ਬਹੁਤ ਜ਼ਿਆਦਾ ਹੈਡ ਆ ਤਾਂ ਆਪਾਂ ਨੂੰ ਸਟੀਲ ਪਾਈਪਸ ਥੋੜ੍ਹੇ ਮੋਟੀ ਥਿਕਨੈਸ ਦੇ ਬਣਾਉਣੇ ਪੈਂਦੇ ਆ, ਨਹੀਂ ਤਾਂ ਨਾਰਮਲ ਥਿਕਨੈਸ ਦਾ ਪਾਈਪ ਆਪਾਂ ਵੀ ਯੂਜ਼ ਕਰ ਸਕਦੇ ਹੈਗੇ ਪਿਨ ਸਟਾਕ ਲਈ। ਹੁਣ ਦੇਖੋ ਪਿਨ ਸਟਾਕ ਦੀ ਸੇਫਟੀ ਲਈ ਦੇਖੋ ਕਿੰਨਾ ਕੁਛ ਲੱਗਿਆ। ਕਹਿੰਦਾ ਡਾਇਗਰਾਮ ਦੇਖੋ ਧਿਆਨ ਨਾਲ, ਕਹਿੰਦਾ ਫਰੋਮ ਹੈਡਵਰਕ ਟੂ ਪਿਨ ਸਟਾਕ।
मतलब सिर्फ पानी पेनस्टॉक च आ रहा हैडवर्क तो आ रहा ये देखो एक साइज टैंक लाया जिदा आप पहला पढ़ चुके हैं सेफ्टी वाल्व फॉर द पेनस्टॉक ऑटोमैटिक बटरफ्लाई वाल्व लाया जोड़ा कि अपने आप जो पानी इधरों जाएगा तो ओपन हो जाएगा जो रिवर्स आएगा तो उदों भी ये वर्क करेगा मतलब ये ऑटोमैटिक सेफ्टी दिंदा साडे पेनस्टॉक में अगर पिछे स्टॉप लग जाए तो ऑटोमैटिकली बंद होकर पानी में स्टॉप कर देगा। फिर एयर वाल्व मीनस एयर के प्रैशर नाल वाल्व्स काम कर देगा ये भी आप पेनस्टॉक की सेफ्टी वास्ते लगाए है। 6वां पॉइंट है वाटर टरबाइनस। हुण पानी जिहड़ा आपां कलैक्ट कीता सीगा हैड बनाया सीगा रेजरवायर दे विच वो आपां हैडवर्क्स के थ्रू होके रैक्स दे विचों दी पानी होके साफ सुथरा पानी मिनीमम तो मिनीमम सिल्ट उहदे विच आउंदी हैगी आ वो आपां पेनस्टॉक्स के थ्रू लिया के आपां कित्थे लैके आए हैं वाटर टरबाइनस तक। हुण वाटर टरबाइनस की है द वाटर टरबाइनस आर यूज्ड टू कन्वर्ट द एनर्जी ऑफ फॉलिंग वाटर इनटू मैकेनिकल एनर्जी। सिंपली टरबाइनस ने जिहड़ियां कि पोटेंशियल हैड नूं मैकेनिकल एनर्जी दे विच कन्वर्ट कर दिंदियां हैगियां। द प्रिंसीपल टाइप्स ऑफ वाटर टरबाइनस आर दो तरह दी वाटर टरबाइनस आ किहड़ी एक आपां यूज़ करदे हैं इंपल्स टरबाइनस ते दूजी करदे हैं रिएक्शन टरबाइनस। इंपल्स टरबाइन कहता सच टरबाइनस आर यूज्ड फॉर हाई हैड जिथे बहुत ज़्यादा हाई हैड आ उत्थे आपां इंपल्स टरबाइनस यूज़ करते हैं। इंपल्स का मतलब हुंदा झटका इंपल्स मतलब एकदम सडन झटका दे देना। In an impulse turbine, the entire pressure of water is converted into kinetic energy in a nozzle and the velocity of the jet drives the wheel। थले तुसीं डायग्राम च देख सकते हैं कि देखो ऑपरेटिंग हैड है नोजल बनी हुई है तो ये नोजल दे सेंटर पॉइंट तो लैके ऑपरेटिंग हैड मतलब जितों साढ़े पानी आ रहा उस टोटल हैड जो पानी का बनता है ये सारे का सारा हैड पोटेंशियल एनर्जी जी इस पर्टिकुलर नोजल के आन के कन्वर्ट हो जाती हैगी आ कनैटिक एनर्जी विच। तो यह वेलोसिटी के नाल जो कनैटिक एनर्जी कन्वर्ट के वेलोसिटी नाल निकलदा जो बड़े प्रैशर स्पीड के नाल पानी निकलदा है बहुत ज़्यादा स्पीड नाल निकलदा है तो करदा द वेलोसिटी ऑफ द जेट ड्राइव्स द व्हील। तो हमने व्हील लगे देखो तुसीं टरबाइन नूं पैल्टन व्हील व्हील्स लगे वो जाके पानी टकरा के एकदम वो थले डिग पैंदा मतलब पूरे तो पूरी जी है पोटेंशियल एनर्जी कनैटिक एनर्जी विच कन्वर्ट होकर उन्होंने मैकेनिकल एनर्जी विच कन्वर्ट कर देंगे और पानी जो वापस मेन स्ट्रीम के जां दूसरी स्ट्रीम जिम्में ड्राफ्ट ट्यूब के थ्रू चल जाता है। इस तरह यह वाटर टरबाइन जी इंपल्स टरबाइन जी वर्क करती हैगी। हुण देखो यह है रिएक्शन टरबाइनस। रिएक्शन टरबाइनस आर यूज्ड फॉर लो एंड मीडियम हैड्स जिथे लो हैड तो मीडियम हैड है उत्थे प्रैशर घट है बट साढ़े को पानी की क्वांटिटी ज़्यादा हैगी आ उत्थे आपां ये रिएक्शन टरबाइन होते हैं। जिथे प्रैशर ज़्यादा है लेकिन पानी दे विच प्रैशर ऑलरेडी ही बहुत हैगा आपां प्रैशर बनाने की जरूरत नहीं है उत्थे आपां इंपल्स टरबाइन यूज़ कीतियां सी बट जिथे प्रैशर घट आ बट पानी ज़्यादा है उत्थे फिर आपां जिहड़ी है रिएक्शन टरबाइन यूज़ करते हैं। इन रिएक्शन टरबाइन वाटर एंटर्स द रनर पार्टली विद प्रैशर एनर्जी एंड पार्टली विद वेलोसिटी हैड। तुसीं डायग्राम थले ध्यान नाल देखो पानी कहता एक रनर ब्लेड्स लगे है एक गाइड वैनस है एक स्पायरल केसिंग है वाटर फ्रॉम पेनस्टॉक ते रनर कहता ये की है कि वाटर जो इंटर पूरा पूरा पानी एंटर करता है एक पर्टिकुलर ट्यूब्स के एंटर करता वो रनर ब्लेड्स लगे तो फिक्स ब्लेड्स लगे वो की करते हैं रनर ब्लेड्स ते फिक्स ब्लेड की है कि प्रैशर भी जनरेट करते हैं तो नाल वेलोसिटी भी बनाते। इस तरह ये जिहड़ियां टरबाइनस जिहड़ियां काम करदियां दो तरह दी टरबाइनस होंदियां एक फ्रांसिस टरबाइन है दूजी कैपलन टरबाइनस है। जिहड़ी रिएक्शन टरबाइन थले तुहानूं दिखाई दे रही है ये आपां यूज़ करते हैं लो तो मीडियम हैड लई। हुण लो हैड की है कि जिहड़ा 30 मीटर तो थले थले है वो लो हैड आ ते मीडियम हैड की है इन बिटवीन 30 एंड हाई हैड के विचला जिहड़ा है वो मीडियम है। हुण मीडियम हैड दे विच जे तो लो वाले पासे आ तां आपां रिएक्शन टरबाइन यूज़ कर लेने तो मीडियम हैड अगर हाई वाले पासे आ तां फिर आपां इंपल्स टरबाइन जिहड़ियां वो यूज़ कर सकते हैं। एडवांटेजिज इस टाइम दियां इस पावर स्टेशन दी हैगियां। पहली एडवांटेज सब तो मेन एडवांटेज जिहड़ी हैगी कहंदा इट रिक्वायर्स नो फ्यूल एज वाटर इज यूज्ड फॉर द जनरेशन ऑफ इलैक्ट्रिक एनर्जी। दूजी है कहंदा क्वाइट नीट एंड क्लीन एज नो स्मोक नो ऐश इज़ प्रोड्यूस्ड। साफ सुथरा डैम होंदा है आपां पिकनिक स्पॉट्स भी बनाने हैं इन्हां डैम्स के उत्ते तुसीं देख सकते हैं जाके किसी डैम नूं अगर तुहानूं देखने का मौका मिले तुसीं देखो उत्थे पिकनिक स्पॉट्स भी बनी होंदियां इन्ना नीट एंड क्लीन होंदा हैगा। तीजा कहता इट रिक्वायर्स वेरी स्मॉल रनिंग चार्जिज बिकॉज वाटर इज़ द सोर्स ऑफ एनर्जी विच अवेलेबल फ्री ऑफ कॉस्ट क्योंकि फ्यूल ही नहीं है तो जो फ्यूल आपां कह सकते पानी आ तो वह फ्री ऑफ कॉस्ट सानू मिल रहा। इस करके यदि कोई रनिंग चार्जिज बहुत नहीं है ही नहीं है लेकिन सर मेनटेनेंस करने रनिंग चार्जिज होंगे है फ्यूल का चार्ज कोई नहीं लगता।
इट इज़ कंपैरेटिवली सिंपल इन कंस्ट्रक्शन एंड रिक्वायर्स लैस मेंटेनेंस, क्योंकि कंक्रीट का बनया सारा कुछ एक बार बन गया, 100 साल 60 70 80 साल किते जाना नहीं डैम, इस करके यदी जी कंस्ट्रक्शन जी बहुत घट मेंटेनेंस चाहिए हैगी। इट डज नॉट रिक्वायर लॉन्ग स्टार्टिंग टाइम लाइक स्टीम पावर स्टेशन। स्टार्ट करने लिए सानू कुछ ज़्यादा टाइम नहीं है, क्योंकि स्टीम पावर स्टेशन के पहले सानू स्टीम बनानी पैंदी है, बॉयलर चलाना पैंदा, स्टीम बनती है, फिर जाके आप स्टार्ट करते हैं। ईवन जनरेटर डीजल पावर प्लांट्स भी आ, भी पहले डीजल देखना पैंदा, उन्होंने स्टार्ट करना पैंदा, कई बार सर्दी होंगी है डीजल पंप स्टार्ट ही नहीं होंदा डीजल इंजन। इस टाइम इस तरह का कुछ नहीं है, तुहानूं जदों सप्लाई की लोड़ है उस वेले तुसीं सल्यूस वाल खोल के जे गेट खोल के इनू पिनस्टॉक के थ्रू पानी की सप्लाई दे के आप चला सकते हैं उस वेले। कहता इट इज़ रोबस्ट एंड हैज़ ए लॉन्गर लाइफ, मतलब क्योंकि रफ एंड टफ है, कंक्रीट बन गया, लाइफ बहुत ज़्यादा होंगी इन्हां दी, 100 साल जोड़े डैम जोड़े चल जाते हैं अगर वो सिल्ट ना भरे तो। सच प्लांट्स serve many purpose in addition to the generation of electric energy. They also help in irrigation and controlling floods, क्योंकि जिथे जिथे डैम बन गया, अगर परमात्मा ना करे पिछे पानी की बहुत ज़्यादा बरसात हो जाए तो आप डैम के पानी को स्टोर भी कर सकते हैं, साढ़े को कैपेसिटी होंगी है, लेकिन पर्टिकुलर कैपेसिटी तक अगर पानी आ भी जाए तो आप अपनी मर्जी ना थोड़ा थोड़ा करके आपू छड़ भी सकते हैं। प्लस ये इरीगेशन नहर कढ़ सकते हैं आप डैम लगा के, जी स्टीम है मतलब जो आप एनर्जी जनरेट कर लें, वो जी स्टीम आई वाधू पानी है, एनर्जी जनरेट करने तो बाद पानी जोड़ा वो आप साइड रिवर के पा के आप इरीगेशन परपज़ लिए भी नहर कढ़ सकते हैं। कहना आल्दो सच प्लांट्स requires attention of highly skilled person at the time of construction, that for operation a few experienced person may do the job well। हुण जे देखा जाए तो जोड़े थर्मल प्लांट्स आ उन्होंने बॉयलर चलेगा तो स्टीम बनेगी तो साड़ी इलैक्ट्रिसिटी जनरेट होएगी, इस करके सानू बॉयलर लिए अटेंडेंट चाहिए, स्टीम प्लांट्स लिए अटेंडेंट चाहिए, होर बाकी उन्होंने सारी मेनटेनेंस वगैरह जो सारा बड़ा है। बट कहता ये की है कि सिर्फ जो आप डैम बनाना उदों ही स्किल्ड इंजीनियर्स वगैरह जो है वो डैम को कंस्ट्रक्ट कर देंगे, उस तो बाद सिर्फ कुछ एक परसन चाहिए जोड़े कि उन्होंने ऑपरेट कर सके, उन्होंने रन कर सकते। इस तरह दी एडवांटेजिज जड़ियाँ है। एडवांटेजिज देखो बहुत थोड़िया एडवांटेजिज आ। पहली एडवांटेज कहता डिसएडवांटेज बहुत थोड़िया डिसएडवांटेजिज आ। देखो पहली डिसएडवांटेज सब तो जी हैगी मेन, क्योंकि ये कैपिटल कॉस्ट बहुत चाहिए हैगी डैम बनाने, क्योंकि जो आप डैम बनाने तो जो रेजरवायर बनता वो पिछले पासे जाके 60-70 किलोमीटर तक, 40-50 किलोमीटर तक, 20-25 किलोमीटर तक जिन्ना भी एरिया मतलब उस पानी ने लेना हैगा सारा एरिया जो सानू कैप्चर करना पैंदा, सानू खरीदना पैंदा, इस करके इसकी कैपिटल कॉस्ट जी बहुत ज़्यादा होंगी है। देयर इज़ अनसर्टेनिटी अबाउट द एबिलिटी ऑफ यूज़ अमाउंट ऑफ वाटर ड्यू टू डिपेंडेंस ऑन वैदर कंडीशनस। मौसम पर डिपेंड करते हैं, पानी बरसात होएगी तो पानी आएगा, जे नहीं आएगा तो फिर सानू प्रॉब्लम आ जाती है। इस करके अनसर्टेनिटी हैगी आ, मीनस असी डिपेंड करते हैं वैदर के उत्ते। स्किल्ड एंड एक्सपीरियंस हैंड्स आर रिक्वायर्ड टू बिल्ड द प्लांट। एक्सपीरियंस होल्डर बंदे चाहिए, इंजीनियर्स जोड़े चंगे वधिया होने चाहिए ताकि डैम में वधिया तरीके बना सकन, ताकि सारा डैम जोड़ा हो जल्दी खराब ना हो जां वो टट ना जाए। चौथा इट रिक्वायर्स हाई कॉस्ट ऑफ ट्रांसमिशन लाइन, क्योंकि डैम्स जोड़े आ जां जोड़े पावर प्लांट आ हिली एरिया के बनते हैं जोड़े कि साढ़े लोड सेंटर तो बहुत ज़्यादा दूर होंदा हैगा, तो उन्हें हिली एरिया चों सप्लाई वापस लोड सेंटर्स दे विच लैके आउण लई सानू ट्रांसमिशन लाइनस के उत्ते बहुत खर्चा करना पैंदा हैगा, इस करके इहदियां थोड़ियां डिसएडवांटेज आ। बट इहदी मेन एडवांटेज जिहड़ी आ वो नो फ्यूल कॉस्ट, सब तो वड्डी प्रॉब्लम तो फ्यूल दी आ, इस करके जिहड़े डैम्स आ ये ही ज़्यादा बनाए जाते हैं, क्योंकि इहदे विच फ्यूल की कॉस्ट जिहड़ी आ वो जीरो हो जाती है। ये है चॉइस ऑफ साइट फॉर हाइड्रो इलैक्ट्रिक पावर स्टेशन, भी आप हाइड्रो पावर इलैक्ट्रिक पावर स्टेशन कित्थे बना सकते हैं। सब तो पहली देखो चॉइस जी आप चूज़ करना है उत्थे अवेलेबिलिटी ऑफ वाटर। साढ़े को अवेलेबिलिटी ऑफ वाटर जी खुली पानी होना चाहिए, पानी की वरतों मीनस आप करनी हैगी इलैक्ट्रिसिटी जनरेट करनी, जे पिछे पानी की सप्लाई नहीं होएगी तो आप उन्होंने यूज़ नहीं कर सकते। इस करके ये सब तो पहली कंडीशन है कि गुड हैड वधिया हैड होवे ते पानी साढ़े को बहुत ज़्यादा पिछे स्टोर हो सीजन लिए, ताकि आप आराम नाल बिजली बना सकीए। स्टोरेज वाटर हुण क्योंकि पानी आपां नूं सीजन लिए चाहिए हैगा पूरे, क्योंकि जो सीजन आ उदों ही पानी आप कलैक्ट नहीं करना, बट आप फ्यूचर वास्ते पानी अपने को स्टोर भी होना चाहिए। उहदे लई आपां नूं कोई जिहड़ा स्टोरेज ऑफ वाटर वास्ते सानू जगह चाहिए, खुला स्टोरेज जिथे पानी हो सके, मतलब आप डैम बनाइए तो उहदे पिछले पासे पानी जोड़ा स्टोर कर सकिए, वो जगह सिलैक्ट करनी है आप। तो उस तो बाद है जी देखो कॉस्ट एंड टाइप ऑफ लैंड।
ਇਹ ਵੀ ਨਾ ਹੋਵੇ ਕਿ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਇਆ ਵੀ ਆਪਾਂ ਇੰਨਾ ਕਾਸਟਲੀ ਜਗ੍ਹਾ ਲੈ ਲਈਏ ਤੇ ਉਹ ਮਹਿੰਗੀ ਬਹੁਤ ਪਵੇ, ਜਾਂ ਟਾਈਪ ਆਫ ਲੈਂਡ ਇਦਾਂ ਦੀ ਹੋਵੇ ਕੋਈ ਬਹੁਤ ਹਲਕੀ ਲੈਂਡ ਹੋਵੇ ਤੇ ਆਪਾਂ ਡੈਮ ਹੀ ਨਾ ਬਣਾ ਸਕੀਏ। ਇਦਾਂ ਦਾ ਨਹੀਂ ਚਾਹੀਦਾ, ਉਹਦੀ ਕਾਸਟ ਵੀ ਘੱਟ ਹੋਣੀ ਚਾਹੀਦੀ ਹੈ ਤੇ ਡੈਮ ਜਿੱਥੇ ਬਣਾਉਣਾ ਉਹਦੀ ਲੈਂਡ ਦੀ ਸਟਰੈਂਥ ਵੀ ਵਧੀਆ ਹੋਣੀ ਚਾਹੀਦੀ ਹੈਗੀ ਆ। ਚੌਥਾ ਪੁਆਇੰਟ ਹੈਗਾ ਟਰਾਂਸਪੋਰਟੇਸ਼ਨ ਫੈਸਿਲਿਟੀਜ਼। ਹੁਣ ਕਈ ਵਾਰੀ ਆਪਾਂ ਹਿੱਲੀ ਏਰੀਆ ਦੇ ਵਿੱਚ ਡੈਮ ਬਣਾਉਂਦੇ ਆ ਤੇ ਹਿੱਲੀ ਏਰੀਆ ਦੇ ਵਿੱਚ ਕੀ ਹੈ, ਕਹਿੰਦਾ ਦੇਖੋ ਸਾਈਟ ਸਿਲੈਕਟਡ ਫॉर ਹਾਈਡਰੋਇਲੈਕਟ੍ਰਿਕ ਪਲਾਂਟ ਸ਼ੁੱਡ ਬੀ ਅਸੈਸਿਬਲ ਬਾਈ ਰੇਲ ਐਂਡ ਰੋਡ ਸੋ ਦੈਟ ਨੈਸੈਸਰੀ ਇਕਵਿਪਮੈਂਟ ਐਂਡ ਮਸ਼ੀਨਰੀ ਕੁਡ ਵੀ ਈਜ਼ੀਲੀ ਟਰਾਂਸਪੋਰਟਡ। ਮਤਲਬ ਹੁਣ ਐਸੀ ਜਗ੍ਹਾ ਤੇ ਡੈਮ ਬਣਾਉਣਾ ਆ ਜਿੱਥੇ ਸਾਡੀ ਰੇਲਵੇ ਦਾ ਜਾਂ ਟਰਾਂਸਪੋਰਟੇਸ਼ਨ ਦੀ ਅਵੇਲੇਬਿਲਿਟੀ ਹੋ ਸਕੇ। ਇਹ ਨਾ ਹੋਵੇ ਆਪਾਂ ਐਸੀ ਜਗ੍ਹਾ ਤੇ ਨੈਰੋ ਹੈਡ ਤੇ ਜਾ ਕੇ ਡੈਮ ਬਣਾ ਸ਼ੁਰੂ ਕਰ ਦਈਏ ਕਿ ਉੱਥੇ ਮੁੜ ਕੇ ਕੋਈ ਫੈਸਿਲਿਟੀ ਨਾ ਹੋਵੇ ਟਰਾਂਸਪੋਰਟੇਸ਼ਨ ਦੀ, ਤਾਂ ਅਸੀਂ ਸਮਾਨ ਵੀ ਨਾ ਲੈ ਕੇ ਜਾ ਸਕੀਏ, ਮੁੜ ਕੇ ਹਿਊਜ਼ ਮਸ਼ੀਨਰੀ ਲੈ ਕੇ ਜਾਣੀ ਆ, ਆਲਟਰਨੇਟਿਵਸ ਦੇ ਬਲੇਡਸ, ਇਹ ਉਹ ਕਈ ਸਾਰੀਆਂ ਚੀਜ਼ਾਂ ਹੁੰਦੀਆਂ, ਉਹ ਸਾਰੀਆਂ ਚੀਜ਼ਾਂ ਨੂੰ ਉੱਥੇ ਪਹੁੰਚਾਉਣ ਲਈ ਟਰਾਂਸਪੋਰਟੇਸ਼ਨ ਫੈਸਿਲਿਟੀ ਹੋਣੀ ਚਾਹੀਦੀ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਆ ਆਪਾਂ ਜਿਹੜੀ ਉਹ ਜਗ੍ਹਾ ਜਿਹੜੀ ਉਹ ਸਿਲੈਕਟ ਕਰਨੀ ਹੈ ਜਿੱਥੇ ਆਪਾਂ ਇਹ ਡੈਮ ਬਣਾ ਸਕਦੇ ਹਾਂ। ਕਹਿੰਦਾ ਇਟ ਇਜ਼ ਕਲੀਅਰ ਫਰੋਮ ਦਾ ਅਬਵ ਮੈਂਸ਼ਨਡ ਫੈਕਟਰਸ ਦੈਟ ਆਈਡੀਅਲ ਚੋਇਸ ਆਫ ਸਾਈਟ for such a plant is near a river in hilly area where dam can be conveniently built and large reservoir can be obtained। ਹੁਣ ਆਪਾਂ ਉੱਥੇ ਬਣਾਉਣਾ ਹੈ ਕਿ ਜਿੱਥੇ ਲਾਰਜ ਸਾਡੇ ਕੋਲ ਰੈਜ਼ਰਵਾਇਰ ਵੀ ਹੋਵੇ ਤਾਂ ਕਿ ਪੂਰੇ ਸਾਲ ਦਾ ਪਾਣੀ ਆਪਾਂ ਕਲੈਕਟ ਕਰ ਸਕੀਏ ਤੇ ਉਸ ਏਰੀਆ ਦੇ ਵਿੱਚ ਟਰਾਂਸਪੋਰਟੇਸ਼ਨ ਵਧੀਆ ਹੋਵੇ ਤੇ ਕਾਸਟ ਵੀ ਉਹਦੀ ਘੱਟ ਹੋਵੇ। ਸਾਰੀਆਂ ਕੰਡੀਸ਼ਨਸ ਦੇਖ ਕੇ ਫਿਰ ਆਪਾਂ ਜਗ੍ਹਾ ਸਿਲੈਕਟ ਕਰਨੀ ਹੈਗੀ ਆ। ਥੈਂਕ ਯੂ।